ਹਾਂਜੀ ਤਾਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਜਸਵਿੰਦਰ ਸਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਖਾਨ ਸਰ ਤੇ ਦੇਖੋ ਜੀ, ਜ਼ਰੂਰੀ ਇਨਫੋਰਮੇਸ਼ਨ ਹੈਗੀ ਹੈ ਕਿ ਤੁਸੀਂ ਵੀਡੀਓ ਦੇਖ ਰਹੇ ਹੋ, ਪਰ ਤੁਹਾਡੇ ਚੋਂ ਕੀ ਹੈ ਜੀ 90-95% ਕਿੰਨੇ ਜੀ 95% ਬੰਦੇ ਕੀ ਹੈ ਜੀ ਉਹ ਸਕਿਪ ਕਰਕੇ ਚਲੇ ਜਾਣਗੇ। ਕਿਉਂਕਿ ਸਿਰਫ ਉਹ ਕੀ ਹੈ ਵੀਡੀਓ ਲੈ ਕੇ ਫਾਰਮੈਲਿਟੀ ਕਰਨ ਆਏ ਆ, ਦੇਖਣ ਆਏ ਆ। ਤਾਂ ਦੇਖੋ ਜੀ, ਮੈਂ ਫਾਰਮੈਲਿਟੀ ਲਈ ਨਹੀਂ ਬਣਾਉਂਦਾ ਵੀਡੀਓ, ਜੋ ਵੀ ਬਣਾਉਣਾ ਜੀ ਤੁਹਾਡੇ ਭਲੇ ਲਈ ਬਣਾਉਣਾ। ਕਿਉਂਕਿ ਦੇਖੋ ਜੇ ਤੁਸੀਂ ਇਹੋ ਕਲਾਸ ਕਿਤੋਂ ਕਰੋਗੇ ਤਾਂ ਤੁਹਾਨੂੰ 2-3 ਹਜ਼ਾਰ ਰੁਪਇਆ ਲਊਗਾ ਜੀ ਮੈਥ ਦਾ ਕੋਰਸ ਦੇਣ ਲਈ, 2-3 ਹਜ਼ਾਰ ਤੋਂ ਘੱਟ ਨਹੀਂ ਮਿਲਦੀ। ਪਰ ਮੈਂ ਤੁਹਾਨੂੰ ਫ੍ਰੀ ਕਰਾ ਰਿਹਾ, ਫਿਰ ਤੁਸੀਂ ਕਿਉਂ ਨਹੀਂ ਪੜ੍ਹਦੇ? ਅੱਜ ਮੈਂ ਤੁਹਾਨੂੰ ਗੱਲ ਕਰਾਂ ਕਿ ਮੇਰਾ ਜਿਹੜੇ ਵੀਡੀਓਜ਼ ਹੈਗੇ ਆ ਟੋਟਲ, ਉਹਨਾਂ ਦਾ ਐਵਰੇਜ ਟਾਈਮ ਜਿਹੜਾ ਜੀ ਉਹ ਸਿਰਫ 3.15 ਹੈਗਾ। ਜੇ ਨਹੀਂ ਯਕੀਨ ਹੁੰਦਾ ਤਾਂ ਸਾਈਡ 'ਤੇ ਆ ਰਿਹਾ, ਦੇਖ ਲਓ। ਐਵਰੇਜ ਟਾਈਮ ਕਿੰਨਾ ਜੀ 3.15, ਮਤਲਬ ਕਿ ਜੀ 3 ਮਿੰਟ ਤੇ 15 ਸੈਕਿੰਡ ਵੱਧ ਤੋਂ ਵੱਧ ਲੋਕ ਦੇਖਦੇ ਆ। ਤਾਂ ਦੇਖੋ ਕਿ ਮੈਂ ਤੁਹਾਨੂੰ ਇੰਨਾ ਵਧੀਆ ਪੜ੍ਹਾਉਣਾ, ਇੰਨਾ ਵਧੀਆ ਸਮਝਾ ਕੇ ਜਾਣਾ, ਪਰ ਤੁਸੀਂ ਕੀ ਕੁਝ ਵੀ ਰਿਸਪੌਂਸ ਨਹੀਂ ਆ ਰਿਹਾ ਤੁਹਾਡਾ। ਤਾਂ ਦੇਖੋ ਮੈਨੂੰ ਵੀ ਡੀਮੋਟੀਵੇਟ ਹੁੰਦਾ ਕਿ ਮੈਂ 40-40 50-50 ਮਿੰਟ ਦੇ ਵੀਡੀਓ ਪਾਉਣਾ, ਪਰ ਤੁਸੀਂ ਕੀ ਸਿਰਫ 3 ਮਿੰਟ ਦੇਖਦੇ ਹੋ। ਤਾਂ ਦੇਖੋ ਜੀ, ਇਹ ਗੱਲ ਕਿਤੇ ਵੀ ਜਾਇਜ਼ ਨਹੀਂ ਹੈ। ਹਾਂਜੀ, ਜੇ ਮੇਰੇ ਕੰਟੈਂਟ 'ਚ ਕੋਈ ਗਲਤੀ ਹੋਵੇ ਤਾਂ ਮੈਨੂੰ ਦੱਸੋ ਕਿ ਹਾਂਜੀ ਤੁਸੀਂ ਗਲਤ ਹੈਗੇ ਹੋ, ਇੱਥੇ ਗਲਤ ਹੈਗੇ ਹੋ। ਪਰ ਜੇ ਮੈਂ ਸਹੀ ਬਣਾ ਰਿਹਾ ਪਰ ਤੁਸੀਂ ਕੀ ਸਕਿਪ ਕਰਕੇ ਚਲੇ ਜਾਓਗੇ, ਇਹਦੇ ਫਾਇਦਾ ਤੁਹਾਡਾ ਹੀ ਹੈ ਜੀ। ਕਿਉਂਕਿ ਤੁਸੀਂ ਕੱਲ੍ਹ ਨੂੰ ਕੋਈ ਪੇਪਰ ਦਿਓਗੇ, ਦੇਖੋ ਕੀ ਗੱਲ ਹੁੰਦੀ ਹੈ ਕਿ ਵੈਕੈਂਸੀ ਆ ਜਾਂਦੀ। ਮੰਨ ਲਓ ਪੰਜਾਬ ਪੁਲਿਸ ਦੀ ਵੈਕੈਂਸੀ ਆਈ ਸੀ, ਠੀਕ ਹੈ। ਤਾਂ ਕੀ ਹੈ ਕਿ ਦੋ ਸਾਥੀ ਹੈਗੇ ਆ, ਉਹ ਇੱਕ ਦੂਜੇ ਨੂੰ ਪਤਾ ਹੀ ਕਹਿੰਦੇ ਆ ਵੀ ਵੈਕੈਂਸੀ ਆ ਗਈ ਪੰਜਾਬ ਪੁਲਿਸ ਦੀ ਤੇ ਭਰ ਦਈਏ। ਭਰਨ ਦਾ ਤਾਂ ਹਰੇਕ ਕੋਈ ਨਾਂ ਲੈ ਦਿੰਦਾ, ਪਰ ਉਹਦੇ ਲਈ ਤਿਆਰੀ ਕਰਨੀ ਹੁੰਦੀ ਹੈ। ਤਿਆਰੀ ਕਰਨੀ ਹੁੰਦੀ ਹੈ, ਉਹ ਕੋਈ ਨਹੀਂ ਕਰਦਾ। ਅਤੇ ਜਦੋਂ ਪੇਪਰ ਨੇੜੇ ਆਉਂਦਾ ਜੀ, ਜਦੋਂ ਕੀ ਹੈ ਐਡਮਿਟ ਕਾਰਡ ਆ ਜਾਂਦਾ, ਉਦੋਂ ਜਾ ਕੇ ਕਿਤਾਬਾਂ ਨੂੰ ਪੈਂਦੇ, ਹਰੇਕ ਕੋਈ ਕਿਤਾਬਾਂ ਚੱਕਦਾ ਪੜ੍ਹਦਾ ਹੈਗਾ, ਪਰ ਉਦੋਂ ਕੀ ਹੈ ਜੀ ਟਾਈਮ ਬਹੁਤ ਘੱਟ ਰਹਿੰਦਾ, ਕੁਛ ਤਿਆਰੀ ਨਹੀਂ ਹੁੰਦੀ। ਜਿਹੜਾ ਜੇ ਤੁਸੀਂ ਸਾਲ 1.5 ਸਾਲ 'ਚ ਕਰੋਗੇ, ਉਹ ਕਿਤੇ ਤੁਸੀਂ ਮਹੀਨੇ 'ਚ ਕਰ ਲਓਗੇ। ਤਾਂ ਮੈਨੂੰ ਦੱਸੋ ਕਰ ਲਓਗੇ? ਜਿਹੜਾ ਤੁਸੀਂ ਸਾਲ 1.5 ਸਾਲ 'ਚ ਕਰੋਗੇ, ਉਹ ਤੁਸੀਂ ਮਹੀਨੇ 'ਚ ਕਿਵੇਂ ਕਰ ਲਓਗੇ? ਤਾਂ ਜੀ ਕੀ ਹੈ ਜੀ ਸਕਿਪ ਕਰਨਾ ਬੰਦ ਕਰ ਦਿਓ, ਜਾਂ ਤਾਂ ਵਿਊ ਕਰੋ ਹੀ ਨਾ, ਜੇ ਤੁਸੀਂ ਨਹੀਂ ਦੇਖਣੀ। ਜੇ ਤੁਸੀਂ ਵਿਊ ਕਰ ਲਿਆ, ਮਤਲਬ ਹੁਣ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ, ਤਾਂ ਪਲੀਜ਼ ਪੂਰੀ ਦੇਖ ਕੇ ਜਾਓ, ਤੁਹਾਨੂੰ ਮਜ਼ਾ ਆ ਜਾਵੇਗਾ। ਭਾਵੇਂ ਤੁਸੀਂ ਕਾਪੀ ਪੈਨ ਨਾ ਰੱਖੋ ਕੋਲ, ਸਿਰਫ ਇਕੱਲਾ ਈਅਰਫੋਨ ਲਗਾ ਲਓ, ਸੁਣਦੇ ਰਹੋ। ਮੈਂ ਤਾਂ ਵੀ ਤੁਹਾਨੂੰ ਕੀ ਹੈ ਜੀ ਇਹ ਪੂਰੀਆਂ ਗੱਲਾਂ ਯਾਦ ਕਰਵਾ ਦਾਂਗਾ, ਠੀਕ ਹੈ ਜੀ। ਤਾਂ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਖਾਨ ਸਰ 'ਤੇ। ਤਾਂ ਹਰ ਦਿਨ ਦੀ ਤਰ੍ਹਾਂ ਜੇ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੇ ਸੋਹਣੇ ਜਿਹੇ ਵਿਚਾਰ ਤੋਂ। ਕੀ ਹੈ ਜੀ ਸੋਹਣਾ ਜਿਹਾ ਵਿਚਾਰ ਕਿ ਕਿਸੇ ਸਿਆਣੇ ਨੇ, ਕਿਸੇ ਵੱਡੇ ਗਿਆਨੀ ਨੇ ਬਹੁਤ ਹੀ ਵਧੀਆ ਕਿਹਾ। ਕੀ ਕਿਹਾ ਜੀ ਵਧੀਆ? ਕਿ ਸੋਚ ਇਹ ਨਾ ਰੱਖੋ ਕਿ ਮੈਨੂੰ ਰਸਤਾ ਵਧੀਆ ਮਿਲੇ। ਸੋਚ ਇਹ ਨਾ ਰੱਖੋ ਕਿ ਮੈਨੂੰ ਰਸਤਾ ਵਧੀਆ ਮਿਲੇ, ਬਲਕਿ ਇਹ ਹੋਣਾ ਚਾਹੀਦਾ ਹੈ ਕਿ ਮੈਂ ਜਿੱਥੇ ਪੈਰ ਰੱਖਾਂ, ਮੈਂ ਜਿਸ ਰਸਤੇ ਪੈਰ ਰੱਖਾਂ, ਉਹ ਰਸਤਾ ਵਧੀਆ ਹੋ ਜਾਵੇ, ਉਹ ਰਸਤਾ ਚੰਗਾ ਹੋ ਜਾਵੇ, ਠੀਕ ਹੈ ਜੀ। ਤਾਂ ਕੀ ਹੈ, ਕਦੀ ਵੀ ਜਿਹੜੀ ਵੀ ਲਾਈਨ 'ਚ ਹੈਗੇ ਤੁਸੀਂ ਇਹ ਤਿਆਰੀ ਕਰ ਰਹੇ ਹੋ ਤਾਂ ਇਹਦੇ 'ਚ ਆ ਗਏ ਹੋ, ਤਾਂ ਮਤਲਬ ਕੀ ਹੈ ਤੁਹਾਡੇ ਤੋਂ ਕੋਈ ਬੈਸਟ ਨਹੀਂ ਹੋਣਾ ਚਾਹੀਦਾ, ਠੀਕ ਹੈ ਜੀ। ਤੁਹਾਡੇ ਤੋਂ ਕੋਈ ਵਧੀਆ ਨਹੀਂ ਹੋਣਾ ਚਾਹੀਦਾ, ਬਸ ਤੁਸੀਂ ਹੋਣੇ ਚਾਹੀਦੇ ਹੋ। ਕੀ ਹੈ, ਤੁਹਾਡੇ ਨੇੜੇ ਤੇੜੇ ਕੋਈ ਨਹੀਂ ਹੋਣਾ ਚਾਹੀਦਾ। ਮੈਂ ਤੁਹਾਨੂੰ ਗੱਲ ਦੱਸਦਾ, ਆਪਾਂ ਚੱਲ ਵੀਡੀਓ ਤਾਂ ਹਰ ਰੋਜ਼ ਹੀ ਬਣਾਉਂਦੇ ਹਾਂ, ਮੈਥ ਦੀ ਕਲਾਸ ਕਰਦੇ ਰਹਾਂਗੇ। ਮੈਂ ਤੁਹਾਨੂੰ ਗੱਲ ਦੱਸਦਾ, ਮੰਨ ਲਓ ਤੁਹਾਡੇ 5 ਫਰੈਂਡ ਹੈਗੇ ਆ, 5 ਦੋਸਤ ਹੈਗੇ ਆ, 5 ਬੈਠੇ ਹੋਏ ਆ। ਉਹਨਾਂ 'ਚ ਸਭ ਤੋਂ ਵਧੀਆ ਤੁਸੀਂ ਹੋ, ਜਿਹਨੂੰ ਸਭ ਕੁਝ ਪਤਾ ਹੈ, ਜਿਹਨੂੰ ਸਭ ਕੁਝ ਆਉਂਦਾ ਹੈਗਾ। ਤਾਂ ਕੀ ਹੈ ਜੀ ਤੁਸੀਂ ਉੱਥੋਂ ਚਲੇ ਜਾਓ, ਉਹਨਾਂ 4 ਨੂੰ ਛੱਡ ਕੇ ਚਲੇ ਜਾਓ। ਪਤਾ ਹੈ ਕਿਉਂ? ਕਿਉਂਕਿ ਉਹਨਾਂ 4 ਕੋਲ ਬਹੁਤ ਕੁਝ ਹੈ ਤੁਹਾਡੇ ਤੋਂ ਸਿੱਖਣ ਲਈ। ਬਹੁਤ ਕੁਝ ਹੈ ਉਹਨਾਂ ਕੋਲੋਂ, ਮਤਲਬ ਉਹਨੂੰ ਤੁਹਾਡੇ ਕੋਲੋਂ ਸਿੱਖਣ ਲਈ, ਠੀਕ ਹੈ ਜੀ। ਪਰ ਤੁਹਾਡੇ ਕੋਲ ਕੁਛ ਨਹੀਂ ਹੈ ਉਹਨਾਂ ਤੋਂ ਸਿੱਖਣ ਲਈ, ਠੀਕ ਹੈ ਜੀ। ਮੈਂ ਇਹ ਨਹੀਂ ਕਹਿੰਦਾ ਵੀ ਹਾਂ ਉਹਨੂੰ ਸਦਾ ਲਈ ਛੱਡ ਦਿਓ, ਪਰ ਕੀ ਹੈ ਜੀ ਥੋੜ੍ਹਾ ਬਹੁਤਾ ਟਾਈਮ ਖੜੋ। ਪਰ ਤੁਸੀਂ ਉਦੋਂ ਕੀ ਹੈ ਜੀ ਅੱਗੇ ਚਲੇ ਜਾਓ, ਮਤਲਬ ਉੱਥੇ ਚਲੇ ਜਾਓ ਜਿੱਥੇ ਜਿਹੜੇ ਬਾਕੀ 5 ਹੋਣ, ਜਿੱਥੇ ਬਾਕੀ 4 ਹੋਣ, ਉਹ ਤੁਹਾਡੇ ਨਾਲ ਇੰਟੈਲੀਜੈਂਟ ਹੋਣ, ਤਾਂ ਕਿ ਉਹਨਾਂ ਦੀ ਜਿਹੜੀ ਸਿੱਖਿਆ ਹੋਊਗੀ, ਉਹਨਾਂ ਜਿਹੜੇ ਗੁਣ ਹੋਣਗੇ ਉਹ ਤੁਹਾਡੇ 'ਚ ਆਉਣਗੇ। ਅਤੇ ਜਿਹੜੇ ਥੱਲੇ ਹੈਗੇ 4 ਲੋਕ ਜਿਹੜੇ ਛੱਡ ਕੇ ਆਏ ਹੋ, ਉਹਨਾਂ ਨੂੰ ਵੀ ਨਾ ਛੱਡੋ, ਉਹਨਾਂ ਨੂੰ ਕੀ ਜੀ ਨਾਲ ਲੈ ਕੇ ਚੱਲੋ। ਤਾਂ ਕੀ ਹੈ ਜੀ ਤੁਸੀਂ ਵੀ ਅੱਗੇ ਜਾਓਗੇ, ਤੁਹਾਡੀ ਸੋਚ ਵੀ ਵਧੇਗੀ ਅਤੇ ਤੁਹਾਡੀ ਸਮਝ ਵੀ ਵਧੇਗੀ, ਠੀਕ ਹੈ ਜੀ। ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੀ ਕਲਾਸ, ਠੀਕ ਹੈ ਜੀ। ਤਾਂ ਆਪਾਂ ਕਲਾਸ ਨੰਬਰ 5 'ਤੇ ਸੀਗੇ, 5 ਨੰਬਰ ਕਲਾਸ 'ਤੇ ਸੀ। ਤਾਂ ਕੀ 5 ਨੰਬਰ ਕਲਾਸ ਕਹਿੰਦੀ ਆ ਆਪਣੀ, ਇਹਦੇ 'ਚ ਕੀ ਆਪਾਂ ਪਹਿਲਾਂ ਕਰ ਲਏ ਸੀ ਵੀ ਹਾਂਜੀ ਦੋ ਵਿਅਕਤੀ ਹੁੰਦੇ ਸੀ, ਕੰਮ ਕਰਦੇ ਸੀ, ਇੱਕ ਬਿਮਾਰ ਹੋ ਜਾਂਦਾ ਸੀ, ਉਹ ਵਾਲੀ ਟਾਈਪ ਕੀਤੀ ਸੀ। ਫਿਰ ਆਪਾਂ ਕੀਤੀ ਸੀ ਜੀ ਦੂਸਰੀ ਟਾਈਪ ਜਿਹੜੀ ਆਪਾਂ ਪਿਛਲੀ। ਜੇ ਤੁਸੀਂ ਪਿਛਲੀਆਂ ਵੀਡੀਓ ਨਹੀਂ ਦੇਖੀਆਂ, ਜੇ ਤੁਸੀਂ
ਨਹੀਂ ਦੇਖੀਆਂ ਤਾਂ ਇੱਧਰ ਆਈ ਬਟਨ ਆ ਰਿਹਾ ਹੋਊਗਾ, ਇੱਧਰ ਆਈ ਬਟਨ ਆ ਰਿਹਾ ਹੋਊਗਾ, ਉਹਦੇ ਕਲਿੱਕ ਕਰ ਦਿਓ। ਪੂਰੀ ਪਲੇਲਿਸਟ ਹੈਗੀ ਹੈ, ਬਾਕੀ ਜਿਹੜੀਆਂ ਪਹਿਲਾਂ 4 ਵੀਡੀਓ ਹੋ ਚੁੱਕੀਆਂ ਉਹਨਾਂ ਨੂੰ ਵਾਚ ਕਰ ਲਓ, ਫਿਰ ਜਾ ਕੇ ਕੀ ਤੁਹਾਨੂੰ ਇਹ ਕਲਾਸ ਸਮਝ ਲੱਗੇਗੀ। ਠੀਕ ਹੈ ਜੀ। ਤਾਂ ਹੋ ਸਕਦਾ ਪਹਿਲੀ ਕਲਾਸ ਥੋੜੀ ਬਹੁਤੀ ਦਿੱਕਤ ਹੋਵੇ, ਪਰ ਕੋਈ ਨਹੀਂ ਜੀ, ਪਹਿਲੀ ਕਲਾਸ ਤੋਂ ਬਾਅਦ ਕੀ ਦੂਸਰੀ ਕਲਾਸ ਜਿਹੜੀ ਹੈਗੀਆਂ ਉਹ ਸਾਰੀਆਂ ਵਧੀਆ ਹੈਗੀਆਂ ਨੇ, ਉਹ ਵਾਚ ਕਰ ਲੈਣਾ, ਭਾਵੇਂ ਤੁਸੀਂ ਪਹਿਲੀ ਨੂੰ ਛੱਡ ਵੀ ਸਕਦੇ ਹੋ। ਠੀਕ ਹੈ ਜੀ। ਤਾਂ ਆਪਾਂ ਕੀ ਆ ਤੁਹਾਡੀ ਸਕਰੀਨ ਤੇ 14 ਨੰਬਰ ਸਵਾਲ ਆ ਗਿਆ ਜੀ। ਦੇਖੋ ਕੀ ਹੈ ਜੀ 14 ਨੰਬਰ ਸਵਾਲ ਲਿਖਿਆ ਹੋਇਆ ਜੀ। ਇਹਦੇ ਚ ਕੀ ਹੈ ਜੀ, ਉਹ ਮਤਲਬ मल्टीपल है गया प्रश्न। देखो ऊपर पहला मेन प्रश्न देता भी 3 आदमी ए बी सी किसी काम को 10 12 15 दिन में पूरा करते हैं। ठीक है जी। तो निम्न में उत्तर दें। यदि तो पहला जी होगा अपने को, यदि तीनों एक साथ काम शुरू करते हैं तथा 2 दिन बाद ए काम छोड़ देता है, वह अगले 2 दिन बाद सी भी काम छोड़ देता है, तो काम पूरा कितने समय में होगा। देखो जी अगे आप 2 ਦੇ ਕੀਤਾ ਸੀ ਵੀ 2 ਚੋਂ 1 ਬਿਮਾਰ ਹੋ ਜੇ ਤਾਂ ਕੀ ਕਰਨਾ ਹੁੰਦਾ। ਹੁਣ ਆਪਣੇ ਕੋਲ 2 ਆ ਗਏ, ਮਤਲਬ 3 ਆ ਗਏ ਵਿਅਕਤੀ ਜਿਨ੍ਹਾਂ 'ਚ 2 ਜਾਣਗੇ। ਠੀਕ ਹੈ ਜੀ। ਤਾਂ ਆ ਜਾਓ ਆਪਣੇ ਇੱਕ ਸਕਰੀਨ ਦੇ ਉੱਪਰ ਆ ਜਾਓ ਆਪਣੇ ਵਾਈਟ ਬੋਰਡ ਤੇ। ਠੀਕ ਹੈ ਜੀ। ਤਾਂ ਦੇਖੋ ਕੀ ਹੈ ਜੀ, A ਹੈਗਾ, B ਹੈ ਜੀ ਤੇ C। ਠੀਕ ਹੈ ਜੀ। A B C ਹੈਗੇ ਆ 10 12 10 12 ਤੇ 15 ਹੈ ਨਾ ਜੀ। 10 12 15 ਤਾਂ ਇਹ ਕੀ ਕਹਿੰਦੇ ਜੀ, ਕਿੰਨੇ ਦਿਨਾਂ ਬਾਅਦ ਜਾਂਦਾ ਜੀ ਇਹ 2 दिन बाद। ठीक है जी। ये कितने दिन बाद जाऊगा जी 2 दिन बाद, ਤੇ ਉਸ ਤੋਂ ਬਾਅਦ अगले 2 दिन बाद C चला ਜਾਂਦਾ। ठीक है जी। ਤਾਂ ਇਹ ਕਿੰਨੇ ਦਿਨਾਂ ਬਾਅਦ ਜਾਊਗਾ 4 ਦਿਨਾਂ ਬਾਅਦ। दोबारा देखो ਤੁਹਾਡੀ ਸਕਰੀਨ ਤੇ ਆ ਗਿਆ ਸਵਾਲ, ਕੀ ਲਿਖਦਾ ਜੀ, यदि तीनों एक साथ काम शुरू करें, मतलब ਤਿੰਨੇ ਇੱਕੋ ਨਾਲ ਲੱਗਦੇ ਆ, 2 दिन बाद A ਛੱਡ ਦਿੰਦਾ ਹੈ। 2 दिन बाद ਕੀ ਹੈ ਜੀ, A ਛੱਡ ਕੇ ਚਲਾ ਜਾਂਦਾ ਹੈ। वह उसके अगले मतलब 2 दिन का काम किया ये नहीं, उस तो अगले 2 दिन मतलब किन्ने टोटल काम शुरू हो गए 4 दिन। 4 दिन बाद कौन छड़ जाता जी, C छड़ जाता है। ठीक है जी। C छड़ जाता है, काम पूरा किन्ने दिन होगा। देखो जी सवाल बड़ा सिंपल है जी, सवाल बहुत सिंपल है। आप जो साइड से लिख लें, A किन्ने दिन काम बाद छड़ जाती 2 दिन बाद, तो C जिहड़ा जी वो 4 दिन बाद। ठीक है जी। हुण देखो आपां नूं उही पुराना तरीका करना पैना कि एलसीएम लैण दा। एलसीएम लोगे तो इनका आएगा जी एलसीएम 60 आ जाएगा। ठीक है जी। 60 आ जाएगा। जे नहीं यकीन तो कर लो, की करोगे 10 12 15। ठीक है जी। 10 में करोगे कितना भाग सीधे तो 2 नाल ही करना पैना। ठीक है जी। 5 दूनी 10 6 दूनी 12 तो कितना आ गया जी 15 का 15 5 1 6 ये कितना आ गई 5 तीए 15 3 ते जाऊगा जी 1 2 1। ठीक है जी। 1 2 1 देखो क्या 2 तीए 6 6 5 30 30 दूना 60। ठीक है 30 दूना 60 आ गया। हुण कि 60 ਨੂੰ ਭਾਗ ਕਰ ਦੋ 10 ਨਾਲ 6 ਆ ਜਾਏਗਾ। इधर कितना आएगा जी 12 5 60 ਤੇ 15 चौकी 60। ठीक है जी। ਇਹ ਆ ਜਾਣਗੇ। देखो ध्यान ਨਾਲ ਇਹੀ ਆ ਰਿਹਾ, ਇਹੀ ਆ ਰਿਹਾ ਹੋਊਗਾ। ठीक है जी। ਇਹੀ ਆਏਗਾ। ਉਸ ਤੋਂ ਬਾਅਦ ਦੇਖੋ ਹੁਣ ਕੀ ਹੋਇਆ, ਹੁਣ ਕੀ ਹੋਇਆ, ਇਹ ਕਿੰਨੇ ਦਿਨ ਕੰਮ ਕੀਤਾ ਜੀ 2 दिन। A ਨੇ ਕਿੰਨੇ ਦਿਨ ਕੰਮ ਕੀਤਾ ਜੀ 2 दिन। C ਨੇ ਕਿੰਨੇ ਕੰਮ ਦਿੱਤਾ ਜੀ 4 दिन। ਹੁਣ ਆਪਾਂ ਨੂੰ ਪਹਿਲਾਂ ਵੀ ਮੈਂ ਤੁਹਾਨੂੰ ਕਰਾ ਕੇ ਆਇਆ ਸੀ ਪਿਛਲੀ ਵੀਡੀਓ 'ਚ ਕਿ ਜਦੋਂ 2 दिन ਦਿੱਤੇ ਹੁਣ 4 दिन ਦਿੱਤੇ ਹੁਣ 2 दिन ਦਿੱਤੇ ਹੁਣ ਤਾਂ ਕੀ ਹੁੰਦੀ ਐਫੀਸ਼ੀਐਂਸੀ ਨਾਲ ਗੁਣਾ ਕਰ ਦਿਓ। ਕਿੰਨੇ ਨਾਲ ਜੀ ਐਫੀਸ਼ੀਐਂਸੀ ਕਿੰਨਾ ਆਏਗਾ 6 ਨਾਲ ਗੁਣਾ ਕਰਕੇ 6 दूनी 12 12 ਕੰਮ ਕਰਕੇ ਚਲਾ ਗਿਆ ਕੌਣ ਜੀ A। ਉਸ ਤੋਂ ਬਾਅਦ ਹੈ C ਕੀ ਕਰਦਾ ਜੀ C ਕਰਦਾ ਹੈਗਾ 4 दिन ਕੰਮ। C ਦੀ ਐਫੀਸ਼ੀਐਂਸੀ ਹੈਗੀ 4 ਜੋ ਕਿ 16 ਕੌਣ ਜੀ 16। ਦੇਖੋ ਕੰਮ ਕਿੰਨਾ ਹੋ ਗਿਆ, ਕੰਮ ਕਿੰਨਾ ਹੋ ਗਿਆ 12 ਕਰ ਗਿਆ A, C ਕਿੰਨਾ ਕਰ ਗਿਆ ਜੀ 16। C ਕਰ ਗਿਆ 16। ਬਾਕੀ ਕੰਮ ਕਿਹਨੂੰ ਕਰਨਾ ਪੈਣਾ ਜੀ B ਨੂੰ। ਤੁਸੀਂ ਕਹੋਗੇ B ਨੂੰ ਕੰਮ ਕਰਨਾ ਪੈਣਾ ਤਾਂ ਆਪਾਂ ਦੇਖੋ ਕੀ ਕਰਦੇ ਆ 60 ਚੋਂ ਮਾਈਨਸ ਕਰ ਦਾਂਗੇ ਜਿਹੜਾ A ਨੇ ਕੀਤਾ ਕੰਮ। A ਨੇ ਕੀਤਾ ਜੀ 12 ਵੱਡਾ ਲਿਖ ਲੈਣਾ ਜੀ ਆਪਾਂ ਤੁਹਾਨੂੰ ਵਧੀਆ ਸਮਝ ਲੱਗੇ। ਕੀ ਹੋ ਗਿਆ ਜੀ 60 ਮਾਈਨਸ ਕਰ ਦਾਂਗੇ ਜੀ 12 ਮਾਈਨਸ ਕਰ ਦਾਂਗੇ C ਦਾ 16। ਠੀਕ ਹੈ ਜੀ। ਤਾਂ ਆਪਣੇ ਕੋਲ ਬਾਕੀ ਬਚੇਗਾ ਕੰਮ ਜਿੰਨਾ ਕੀ ਹੈ ਜੀ ਕੱਲਾ B ਕਰੇਗਾ, ਕੱਲਾ B ਕਰੇਗਾ। ਤਾਂ ਦੇਖੋ ਕਰਾਇਆ ਹੋਇਆ ਤਾਂ ਮੈਂ ਫਾਸਟ ਬੋਲ ਰਿਹਾ। ਤਾਂ ਕੀ ਹੋਏਗਾ ਜੀ 12 ਪਲੱਸ 16 ਕਰ ਦੋ ਕਿੰਨਾ ਆਏਗਾ ਜੀ ਤਾਂ ਇਹ ਆ ਗਿਆ ਜੀ 28। ਕਿੰਨਾ ਆ ਗਿਆ 28 ਮਾਈਨਸ 60 ਕਰੋਗੇ ਤਾਂ 32 ਆ ਜਾਏਗਾ। 32 ਕੰਮ ਬਚ ਜਾਏਗਾ। ਠੀਕ ਹੈ ਜੀ। 32 ਕੰਮ ਕਰਨ ਵਾਲਾ ਪਿਆ। 32 ਕੰਮ ਹੁਣ ਕੌਣ ਕਰੂਗਾ ਕੱਲਾ B ਕਰੂਗਾ। ਠੀਕ ਹੈ ਜੀ। B ਕਰੇਗਾ ਕੰਮ ਕੱਲਾ 32 ਕੰਮ। ਤਾਂ ਆਪਾਂ ਕਹਿ ਸਕਦੇ ਹਾਂ ਜੀ ਟੋਟਲ ਵਰਕ ਬਟੇ ਕੀ ਹੁੰਦੀ ਹੈ ਜੀ
ਐਫੀਸ਼ੀਐਂਸੀ ਹੁੰਦੀ ਹੈ। ਟੋਟਲ ਵਰਕ ਕਿੰਨਾ ਜੀ 12, ਆਪਣੇ ਕੋਲ 32 ਬਚ ਗਿਆ। ਹੁਣ ਕਿੰਨਾ ਬਚ ਗਿਆ ਜੀ 32 ਬਚ ਗਿਆ। ਇਹਦੀ ਐਫੀਸ਼ੀਐਂਸੀ ਕਿੰਨੀ ਹੈ ਜੀ, ਐਫੀਸ਼ੀਐਂਸੀ ਹੈਗੀ ਹੈ 5। ਕਿੰਨੀ ਜੀ 5, ਭਾਗ ਕਰੋਗੇ ਤਾਂ ਕਿੰਨਾ ਆਏਗਾ ਜੀ 6 5 30, 2/5 ਦੇ। ਦੇਖੋ ਜੀ ਇਹ ਆਨਸਰ ਆ ਰਿਹਾ ਤੁਹਾਡੇ ਵਿੱਚ ਮੈਚ ਕਰ ਰਿਹਾ ਹੋਣਾ। ਤਾਂ ਦੇਖ ਲਓ ਸਵਾਲ ਸਿੰਪਲ ਹੈਗਾ, ਕੋਈ ਔਖਾ ਨਹੀਂ ਹੈ। ਤੇਜ਼ ਤਾਂ ਕਰਾਇਆ ਕਿਉਂਕਿ ਤੁਹਾਨੂੰ ਕਰਾਇਆ ਹੋਇਆ, ਠੀਕ ਹੈ ਜੀ। ਜੇ ਨਿਊ ਸਵਾਲ ਹੁੰਦਾ ਫਿਰ ਕੋਈ ਚੱਕਰ ਨਹੀਂ ਸੀ, ਆਪਾਂ ਹੌਲੀ ਹੌਲੀ ਕਰਦੇ, ਪਰ ਇਹ ਤੁਹਾਨੂੰ ਸਮਝ ਲੱਗਣੀ ਚਾਹੀਦੀ ਹੈ। ਮੈਂ ਤੁਹਾਨੂੰ ਕਿਹਾ ਸੀ ਵੀ ਏ ਹੋਵੇ, ਬੀ ਹੋਵੇ, ਸੀ ਹੋਵੇ, ਠੀਕ ਹੈ ਜੀ। ਅੱਗੇ ਆਪਾਂ ਏ ਵੀ ਕੀਤਾ ਸੀ ਵੀ ਏ ਕੀ ਹੈ ਜੀ ਬੁਖਾਰ ਹੋ ਜਾਵੇ ਜਾਂ ਬੀ ਨੂੰ ਬੁਖਾਰ ਹੋ ਜਾਵੇ ਤਾਂ ਦੂਜਾ ਕੰਮ ਕੱਲਾ ਕਰਦਾ ਹੈ। ਹੁਣ ਇੱਥੇ ਕੀ ਹੋਇਆ ਜੀ ਏ ਬੀ ਸੀ ਸੀਗੇ 3 ਬੰਦੇ, ਤਿੰਨਾਂ 'ਚ ਕੀ ਹੈ ਜੀ ਏ ਕੀ ਹੈ ਜੀ 2 ਦਿਨ ਕੰਮ ਕਰਕੇ ਚਲਾ ਗਿਆ। ਇਹ ਕਹਿੰਦਾ ਮੈਨੂੰ ਕਿਤੇ ਹੋਰ ਠੇਕਾ ਮਿਲਿਆ, ਮੈਂ ਤਾਂ ਹੋਰ ਕਿਤੇ ਜਾਣਾ, 2 ਦਿਨ ਤੁਹਾਨੂੰ ਲਵਾ ਦੇਣਾ, ਠੀਕ ਹੈ ਜੀ। 2 ਦਿਨ ਤੁਹਾਨੂੰ ਲਗਾ ਦੇਣਾ। ਉਹ ਇੱਕ ਦਿਨ 'ਚ ਕੰਮ ਕਰਦਾ 6, ਇੱਕ ਦਿਨ ਕੰਮ ਕਰਦਾ ਜੀ 6 ਦੂਣੀ 12 ਕੰਮ ਕਰਕੇ ਚਲਾ ਜਾਊਗਾ। 12 ਦਿਨਾਂ ਦੇ ਲਗਾ ਮਤਲਬ 12 ਕੰਮ ਕਰ ਦੂਗਾ। ਫਿਰ ਆਇਆ ਸੀ ਕਹਿੰਦਾ ਮੈਂ ਤੈਨੂੰ ਕਿਹਾ ਜੀ ਮਤਲਬ ਇਹ ਜਦੋਂ ਚਲਾ ਗਿਆ ਫਿਰ ਏ ਬੀ ਤੇ ਸੀ ਦੋਨੋਂ ਰਹਿ ਗਏ, ਬੀ ਤੇ ਸੀ ਦੋਨੋਂ ਰਹਿ ਗਏ। ਸੀ ਕਹਿੰਦਾ ਮੈਂ ਵੀ 2 ਦਿਨਾਂ ਬਾਅਦ ਗਿਆ, ਅਗਲੇ 2 ਦਿਨਾਂ ਬਾਅਦ ਚਲਾ ਜਾਵਾਂਗਾ। ਮਤਲਬ ਕਿ ਉਹਨੇ ਟੋਟਲ ਕੰਮ ਕਿੰਨਾ ਕੀਤਾ 4 ਦਿਨ ਦਾ ਕੰਮ ਕੀਤਾ, 4 ਦਿਨ ਦਾ ਕੰਮ ਕੀਤਾ। 4 ਦਿਨ ਕੰਮ ਕਰੇਗਾ, ਇੱਕ ਦਿਨ 'ਚ 4 ਕੰਮ ਕਰਦਾ, ਇੱਕ ਦਿਨ 'ਚ 4 ਕੰਮ ਕਰਦਾ। ਗੁਣਾ ਕਰ ਦਿਓ, ਉਹਨੇ ਕਿੰਨਾ ਕੰਮ ਕੀਤਾ ਜੀ 16 ਕੰਮ ਕੀਤਾ। ਕਿੰਨਾ ਜੀ 16 ਬੂਟੇ ਲਾਤੇ, 16 ਇੱਟਾਂ ਲਾਤੀਆਂ, ਜੋ ਮਰਜ਼ੀ ਸਮਝ ਲਓ। ਤਾਂ ਹੁਣ ਦੇਖੋ ਟੋਟਲ ਕਿੰਨਾ ਵਰਕ ਸੀ 60, ਟੋਟਲ 60 ਵਰਕ ਸੀਗਾ, ਜਿਨ੍ਹਾਂ 'ਚ ਕੀ ਹੋਇਆ ਜੀ 12 ਕੌਣ ਕਰ ਗਿਆ ਏ, 12 ਏ ਕਰ ਗਿਆ, ਬਾਕੀ ਜਿਹੜਾ ਸੀ ਜੀ ਉਹ ਬੀ ਕਰ ਗਿਆ 16, ਬੀ ਕਿੰਨਾ ਕਰ ਗਿਆ ਜੀ 16। ਤਾਂ ਆਪਾਂ ਕੀ 60 'ਚੋਂ ਮਾਈਨਸ ਕਰਦਾ ਏ ਦਾ ਕਿੰਨਾ 12, ਬੀ ਤੇ ਸੀ ਦਾ ਸੋਰੀ ਕਰਤਾ ਆਪਾਂ 16, ਸੀ ਹੈ ਜੀ ਇਹ, ਤਾਂ ਸੀ ਦਾ ਆਪਾਂ 16 ਮਾਈਨਸ ਕਰਤਾ, ਬਾਕੀ ਬਚ ਗਿਆ 32। ਇਹ 32 ਕੰਮ ਕਿਹਨੂੰ ਕਰਨਾ ਪੈਣਾ ਸੀ ਬੀ ਨੂੰ, ਕਿਉਂਕਿ ਬੀ ਕੀ ਹੈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੰਮ ਕੀਤਾ, ਸ਼ੁਰੂ ਤੋਂ ਲੈ ਕੇ ਐਂਡ ਤੱਕ ਕੰਮ ਕੀਤਾ। ਤਾਂ ਦੇਖੋ ਜੀ ਕਿੰਨਾ ਹੋ ਗਿਆ 32 ਜੋ ਕਿ ਜੀ 5 ਮਾਈਨਸ ਕਰ ਦਿਓ, ਮਤਲਬ 5 ਨਾਲ ਭਾਗ ਕਰ ਦੇਣਾ, ਕਿਉਂਕਿ ਕੀ ਹੈ ਜੀ 32 ਨੂੰ 5 ਨਾਲ ਭਾਗ ਕਰਾਂਗੇ ਕਿਉਂਕਿ ਇਹਦੀ ਐਫੀਸ਼ੀਐਂਸੀ ਹੈ। ਇੱਕ ਦਿਨ 'ਚ 5 ਕੰਮ ਕਰਦਾ, ਇੱਕ ਦਿਨ 'ਚ 5 ਕੰਮ ਕਰਦਾ ਹੈਗਾ। ਤਾਂ 32 ਕੰਮ ਕਰਨੇ ਆ, 32 ਇੱਟਾਂ ਲਾਉਣ ਨੂੰ ਕਿੰਨਾ ਕੰਮ ਲੱਗੇਗਾ, ਮਤਲਬ ਕਿੰਨਾ ਸਮਾਂ ਲੱਗੇਗਾ 32/5 ਕਰ ਦਿਓ ਤਾਂ 6 ਸਹੀ 2/5। ਮੈਂ ਤਾਂ ਇੱਕ ਹੋਰ ਤਰੀਕਾ ਦੱਸਿਆ ਸੀ, ਕੀ ਸੀ ਜੀ ਪਹਿਲਾਂ ਦੇਖੋ ਆਹ ਚੀਜ਼ ਤਾਂ ਕਰਨੀ ਹੁੰਦੀ ਆ, ਇਹ ਚੀਜ਼ ਤਾਂ ਕਰਨੀ ਹੁੰਦੀ ਹੈ। ਪਹਿਲਾਂ ਕੀ ਲਿਖ ਦਿੰਦੇ ਆਪਾਂ ਟੋਟਲ ਵਰਕ ਇਹ ਕੀ ਹੈ ਸਟੈਪ 2 ਹੈ ਜੀ। ਜੇਕਰ ਆਪਾਂ ਇਹਨੂੰ ਹੋਰ ਆਸਾਨੀ ਨਾਲ ਕਰਨਾ ਹੈ, ਸਟੈਪ 2 ਹੈਗਾ ਜੀ ਕੀ ਹੈ ਜੀ 60 ਜਿਹੜਾ ਆਪਾਂ ਨੂੰ ਟੋਟਲ ਵਰਕ ਦੇਤਾ। ਹੁਣ ਦੇਖੋ ਹੁਣ ਕੀ ਕਰਨਾ ਹੁੰਦਾ, ਹੁਣ ਮੇਨ ਗੱਲ ਸਮਝੋ, ਮੇਨ ਗੱਲ ਕੀ ਹੈ ਜੀ, ਮੇਨ ਗੱਲ ਇਹ ਹੈ ਵੀ ਦੇਖੋ ਇਹ ਕਿੰਨੇ ਦਿਨ ਕੰਮ ਕਰ ਗਿਆ 2 ਦਿਨ ਕੰਮ ਕਰ ਗਿਆ, ਇੱਕ ਦਿਨ 'ਚ 6 ਬੂਟੇ ਲਾਉਂਦਾ, ਇੱਕ ਦਿਨ 'ਚ 6 ਬੂਟੇ ਲਾਉਂਦਾ, 2 ਦਿਨਾਂ 'ਚ ਕਿੰਨੇ ਲਾਊਗਾ ਜੀ 12। ਤਾਂ ਕੀ ਜੀ ਤੁਸੀਂ ਸਿੱਧਾ 12 ਮਾਈਨਸ ਕਰ ਦਿਆ ਕਰੋ, ਠੀਕ ਹੈ ਜੀ, ਸਿੱਧਾ 12 ਮਾਈਨਸ ਕਰ ਦਿਆ ਕਰੋ, 12 ਨੂੰ ਮਾਈਨਸ ਕਰ ਦਿਓ, ਠੀਕ ਹੈ ਜੀ। ਫਿਰ ਦੇਖੋ ਸੀ ਵੀ ਜਾ ਰਿਹਾ 4 ਦਿਨਾਂ ਬਾਅਦ, ਸੀ ਕੀ ਹੈ ਜੀ 4 ਦਿਨਾਂ ਬਾਅਦ ਜਾ ਰਿਹਾ ਹੈ। ਸੀ ਕਿੰਨੇ ਇੱਕ ਦਿਨ 'ਚ ਬੂਟੇ ਲਾਉਂਦਾ 4, ਇੱਕ ਦਿਨ 'ਚ 4 ਬੂਟੇ ਲਾਉਂਦਾ ਹੈ, ਤਾਂ 4 ਦਿਨਾਂ 'ਚ ਕਿੰਨੇ ਲਾਊਗਾ ਜੀ 16 ਬੂਟੇ ਲਾ ਦੂਗਾ, 16 ਬੂਟੇ ਲਾ ਦੂਗਾ। ਇਹ ਵੀ ਕਰ ਦਿਓ ਮਾਈਨਸ, ਮਤਲਬ ਇਹ ਕੁਝ ਲਿਖਣ ਦੀ ਲੋੜ ਨਹੀਂ, ਠੀਕ ਹੈ, ਲਿਖਣ ਦੀ ਲੋੜ ਨਹੀਂ। ਕੀ ਹੋ ਗਿਆ ਜੀ ਮਾਈਨਸ ਕਰ ਦਿਓ, ਕਿਹਦਾ ਆ ਗਿਆ ਜੀ 32। ਹੁਣ ਇਹ 32 ਕੰਮ ਕੌਣ ਕਰੂਗਾ, ਕੱਲਾ B ਕਰੂਗਾ, 32 ਨੂੰ ਫਿਰ ਕੀ ਜੀ 5 ਨਾਲ ਭਾਗ ਕਰ ਦਿਓ, ਕਿਉਂਕਿ ਕੀ ਹੈ ਜੀ ਇੱਕ ਦਿਨ 'ਚ ਕਿੰਨੇ ਬੂਟੇ ਲੱਗਦੇ ਆ B ਕੋਲੋਂ 5 ਬੂਟੇ ਲੱਗਦੇ ਆ, ਤਾਂ 5 ਕੰਮ ਕਰਦਾ ਹੈ। ਇਹਨੂੰ ਭਾਗ ਕਰੋਗੇ ਤਾਂ 6 ਸਹੀ 2/5 ਆ ਜਾਏਗਾ, 6 ਸਹੀ 2/5 ਡੇਜ਼ ਆਏਗਾ। ਇਹਨੂੰ ਮੈਂ ਕਿਉਂ ਕਰਾ ਰਿਹਾ ਸਟੈਪ 2 ਕਿਉਂ ਕਰਾ ਰਿਹਾ, ਇਸ ਤੋਂ ਅਗਲੇ ਸਵਾਲਾਂ 'ਚ ਤੁਹਾਨੂੰ ਦੱਸਦਾ, ਠੀਕ ਹੈ ਜੀ, ਅਗਲੇ ਸਵਾਲਾਂ 'ਚ ਦੱਸਦਾ। ਤਾਂ ਹੁਣ ਮੈਂ ਕੀ ਹੈ ਜੀ ਇਹਨੂੰ ਮਿਟੇ ਰਿਹਾ, ਇੱਕ ਵਾਰ ਸਾਫ਼ ਕਰ ਦਿੰਦਾ ਤਾਂ ਕਿ ਤੁਹਾਨੂੰ ਅਗਲਾ ਸਵਾਲ ਕਰਾ ਲਵਾਂ, ਠੀਕ ਹੈ ਜੀ। ਰਕਮ ਆਪਣੀ ਸੇਮ ਹੀ ਰਹੇਗੀ, ਬਸ ਆਪਣੇ ਕੀ ਹੈ ਜੀ ਆਪਸ਼ਨ ਬਦਲਦੇ ਰਹਿਣਗੇ, ਇਹਨਾਂ ਦੇ ਭਾਗ ਹੈਗੇ ਅਲੱਗ-ਅਲੱਗ, ਉਹੀ ਆਪਾਂ ਜਿਹੜੇ ਅੱਜ ਕਰਨੇ ਆ, ਠੀਕ ਹੈ ਜੀ, ਉਹੀ ਆਪਾਂ ਕਰਨੇ ਆ, ਇਹ ਵੀ ਚੇਂਜ ਹੋਣਗੇ। ਤਾਂ ਦੇਖੋ ਜੀ ਅਗਲਾ ਸਵਾਲ ਤੁਹਾਡੀ ਸਕਰੀਨ ਦੇ ਉੱਪਰ ਆ ਗਿਆ ਹੋਣਾ। ਹਾਂਜੀ, 3 ਨੰਬਰ ਸਵਾਲ ਦੇਖੋ, 3 ਨੰਬਰ ਸਵਾਲ ਆਪਾਂ ਨੂੰ ਆਪ ਨੂੰ ਕਰਨਾ ਪੈਣਾ, मतलब मेनू कराना पैना। 2 नंबर तुसी आप कर लोगे। की कहते हैं तीनों एक साथ काम शुरू करते हैं तथा ए 3 दिन बाद ए जड़ा जी 3 दिन बाद काम छड़ दिंदा है ते बी जड़ा जी काम पूरा होने से एक दिन पहले काम छड़ दिंदा है। बी जड़ा जी वो एक दिन पहला काम छड़ दिंदा है। ठीक है जी। हुण देखो कॉन्सैप्ट इहदा की है जी, कॉन्सैप्ट की हैगा आज स्क्रीन के उत्ते तुहानूं आ गया है। देखो हुण मैं तो सवाल पढ़ लिया, तुहानूं भी पढ़ लिया होना। देखो 3 नंबर सवाल सीगा अपना। की कहंदा
ਕੀ ਕਹਿੰਦਾ ਜੀ ਇਹ ਜਿਹੜਾ ਜੀ 3 ਦਿਨ ਬਾਅਦ ਕੰਮ ਛੱਡ ਦਿੰਦਾ, ਇਹ ਜਿਹੜਾ ਜੀ 3 ਦਿਨ ਬਾਅਦ ਕੰਮ ਛੱਡ ਦਿੰਦਾ। ਠੀਕ ਹੈ ਜੀ, A ਨੂੰ ਕੀ ਹੈ ਜੀ 3 ਦਿਨ ਬਾਅਦ ਕੰਮ ਛੱਡ ਦਿੰਦਾ। ਪਰ B ਜਿਹੜਾ ਜੀ B ਜਿਹੜਾ ਕੰਮ ਪੂਰਾ ਹੋਣ ਤੋਂ ਪਹਿਲਾਂ, ਕੰਮ ਪੂਰਾ ਹੋਣ ਤੋਂ 1 ਦਿਨ ਪਹਿਲਾਂ ਛੱਡ ਦਿੰਦਾ ਕੰਮ। ਹੁਣ ਦੇਖੋ ਫਰਕ ਕੀ ਹੈ, ਫਰਕ ਕੀ ਹੈ ਕਿ ਦੇਖੋ ਆਪਾਂ ਕੀ ਕਰਦੇ ਸੀ, A ਦਾ ਪਤਾ ਹੁੰਦਾ ਸੀ 3 ਦਿਨ ਕੰਮ ਕਰੇਗਾ, ਇਹ ਕੀ ਹੈ ਜੀ 3 ਦਿਨ ਕੰਮ ਕਰੇਗਾ, ਗੁਣਾ ਕਰ ਦਿੰਦੇ ਸੀ 6 ਨਾਲ, ਗੁਣਾ ਕਰ ਦਿੰਦੇ ਸੀ 6 ਨਾਲ। ਠੀਕ ਹੈ ਜੀ, ਤਾਂ ਆਪਾਂ ਕੀ ਕਰਦੇ ਸੀਗੇ 3 ਨੂੰ ਗੁਣਾ ਕਰ ਦਿੰਦੇ ਸੀ 6 ਨਾਲ, ਕਿਉਂਕਿ 6 ਬੂਟੇ ਲਾਉਂਦਾ 3 ਦਿਨ ਕੰਮ ਕਰੇਗਾ ਤਾਂ ਕਿੰਨੇ 18 ਬੂਟੇ, 18 ਬੂਟੇ ਲਗਾ ਕੇ ਚਲਾ ਜਾਂਦਾ ਸੀ। ਬਾਕੀ 60 ਚੋਂ ਮਾਈਨਸ ਕਰ ਦਿੰਦੇ ਸੀ, 60 ਚੋਂ ਮਾਈਨਸ ਕਰਕੇ ਕਿੰਨੇ ਆ ਜਾਂਦੇ ਸੀ ਜੀ ਆਪਣੇ ਕੋਲ 18 ਚੋਂ ਕਿੰਨੇ ਗਏ ਜੀ ਆਪਣੇ ਕੋਲ ਅੱਗੇ 20 ਕਰ ਦਾਂਗੇ ਤਾਂ ਆਪਣੇ ਬਣਨਗੇ 42। ਠੀਕ ਹੈ ਜੀ 42 ਆ ਗਏ। 42 ਫਿਰ ਕੌਣ ਕਰਦਾ ਹੈ ਜੀ ਇਕੱਲਾ B ਤੇ C ਕਰਦੇ ਕਿੰਨੇ 4 5 9 ਬਟੇ 9 ਕਰ ਦਿੰਦੇ। ਠੀਕ ਹੈ ਜੀ ਇਦਾਂ ਕਰਦੇ ਆਪਾਂ। ਪਰ ਹੁਣ ਕੀ ਕਹਿ ਰਿਹਾ ਜੀ ਉਹ ਇਦਾਂ ਨਹੀਂ ਕਰ ਰਹੇ, ਕੀ ਕਰ ਰਿਹਾ ਕਿ ਇਹ ਜਿਹੜਾ ਜੀ 3 ਦਿਨ ਬਾਅਦ ਕੰਮ ਕਰਕੇ ਚਲਾ ਜਾਂਦਾ, 3 ਦਿਨ ਬਾਅਦ ਗਿਆ ਜੀ ਇਹ ਚਲਾ ਜਾਂਦਾ। ਪਰ B ਜਿਹੜਾ ਜੀ ਉਹ ਪੂਰੇ ਦਿਨ ਪੂਰਾ ਮਤਲਬ ਕੰਮ ਕਰਾਉਂਦਾ ਨਹੀਂ, ਉਹ ਕੰਮ ਕਰਾਉਣ ਤੋਂ 1 ਦਿਨ ਪਹਿਲਾਂ ਜਾ ਜਾਂਦਾ, 1 ਦਿਨ ਪਹਿਲਾਂ ਚਲਾ ਜਾਂਦਾ। ਪਹਿਲਾਂ ਸਵਾਲ ਕਰਦੇ ਆ ਫਿਰ ਤੁਹਾਨੂੰ ਮੈਂ ਪੂਰੀ ਤਰੀਕੇ ਨਾਲ ਸਮਝਾਉਂਗਾ ਵੀ ਕੀ ਗੱਲ ਕਿਵੇਂ ਹੈ। ਠੀਕ ਹੈ ਜੀ ਕੀ ਗੱਲ ਕਿਵੇਂ ਹੈ। ਤਾਂ ਦੇਖੋ ਆਪਾਂ ਪਹਿਲਾਂ ਕਰਦੇ ਹਾਂ A ਕੀ ਹੈ ਜੀ ਆਪਾਂ ਦੇਣਾ A B C। ਠੀਕ ਹੈ ਜੀ A B C ਨਾ ਆ ਗਈ ਜੀ ਪਹਿਲੇ ਦਾ 3 ਦਿਨ ਕੰਮ ਕਰਦਾ ਜੀ 3 × 6। ਠੀਕ ਹੈ 3 × 6 ਪਲੱਸ ਜੀ B ਜਿਹੜਾ 1 ਦਿਨ ਕੰਮ ਖਤਮ ਹੋਣ ਤੋਂ ਪਹਿਲਾਂ ਹੁੰਦੀ ਐਫੀਸ਼ੀਐਂਸੀ ਕਿੰਨੀ ਹੈ ਜੀ 5। ਕਿੰਨੀ ਹੈ ਜੀ 5। ਕਿੰਨੇ ਦਿਨ ਪਹਿਲਾਂ ਕੰਮ ਛੱਡ ਦਿੰਦਾ x - 1 x - 1 ਫਿਰ ਆਗਾ ਪਲੱਸ C ਕਿੰਨਾ ਕੰਮ ਕਰਦੇ ਜੀ 4। ਕਿੰਨੇ ਦਿਨਾਂ ਚ x ਦਿਨਾਂ ਚ ਤਾਂ ਕਿੰਨਾ ਆ ਗਿਆ ਜੀ 60। ਮਤਲਬ ਦੇਖੋ ਹੁਣ ਇਕੁਏਸ਼ਨ ਦੇਖੋ, ਹੁਣ ਇਕੁਏਸ਼ਨ ਦੇਖੋ ਦੁਬਾਰਾ ਇਕੁਏਸ਼ਨ ਆਪਾਂ ਕੀਤੀ ਦੀ ਕ੍ਰੀਏਟ। ਦੇਖੋ ਕੀ ਕਹਿੰਦਾ ਜੀ ਇਹ ਜਿਹੜਾ ਹੈ ਕਿਹੜਾ ਜੀ ਇਹ ਜਿਹੜਾ ਜੀ 3 ਦਿਨ ਕੰਮ ਕਰਕੇ ਚਲਾ ਜਾਂਦਾ ਹੈ। ਆਪਾਂ ਨੂੰ ਪਤਾ 3 ਦਿਨ ਚ ਕੀ ਹੈ ਜੀ ਉਹ 1 ਦਿਨ ਚ 6 ਬੂਟੇ ਲਾਉਂਦਾ, 3 ਦਿਨਾਂ ਚ ਕੀ ਹੈ ਜੀ 3 × 6 ਹੋ ਗਿਆ। ਠੀਕ ਹੈ ਇਹ ਲਾਏਗਾ। ਹੁਣ ਦੇਖੋ B ਦਾ ਮੇਨ ਰੋਲ ਕੀ ਹੈ ਜੀ B ਕਹਿੰਦੇ ਆ B ਜਿਹੜਾ ਜੀ 1 ਦਿਨ ਚ 5 ਬੂਟੇ ਲਾਉਂਦਾ, 1 ਦਿਨ ਚ 5 ਬੂਟੇ ਲਾਉਂਦਾ ਤੇ ਉਹ ਕੀ ਹੈ ਜੀ ਕੰਮ ਖਤਮ ਹੋਣ ਤੋਂ 1 ਦਿਨ ਪਹਿਲਾਂ ਚਲਾ ਜਾਂਦਾ, ਕੰਮ ਖਤਮ ਹੋਣ ਤੋਂ 1 ਦਿਨ ਪਹਿਲਾਂ ਚਲਾ ਜਾਂਦਾ। ਤਾਂ ਕਰਾਂਗੇ ਜੀ 5 ਲੈ ਲਾਂਗੇ B ਦਾ 5 ਗੁਣਾ ਕਰ ਦਾਂਗੇ ਜੀ x - 1 ਕਿਉਂਕਿ ਆਪਾਂ ਨੂੰ ਦਿਨਾਂ ਦਾ ਨਹੀਂ ਪਤਾ, ਕਿਉਂਕਿ ਆਪਾਂ ਜਦੋਂ ਦਿਨ ਪਤਾ ਹੁੰਦੇ ਨੇ। ਦੇਖੋ ਹੁਣ ਇੱਥੇ ਕੀਤਾ ਇੱਥੇ ਐਫੀਸ਼ੀਐਂਸੀ ਗੁਣਾ ਦਿਨ, ਐਫੀਸ਼ੀਐਂਸੀ ਗੁਣਾ ਦਿਨ ਮਤਲਬ ਦੀ ਐਫੀਸ਼ੀਐਂਸੀ 6 ਸੀ, ਕਿੰਨੇ ਨੇ ਕੰਮ ਕੀਤਾ 3 ਦਿਨ। ਤਾਂ ਇਹ ਹੈਗਾ A ਦਾ ਮਤਲਬ A ਕਿੰਨਾ ਕੰਮ ਕੀਤਾ। ਹੁਣ B ਦਾ ਕੰਮ ਕਿੰਨਾ ਕੱਢਣ ਲਈ ਕਿ ਜੀ ਐਫੀਸ਼ੀਐਂਸੀ ਕਿੰਨੀ ਹੈ B ਦੀ 5। B ਦੀ ਐਫੀਸ਼ੀਐਂਸੀ ਤੁਸੀਂ ਕਹੋਗੇ 5 ਹੈ ਸਰ ਜੀ। ਹੁਣ ਕੀ ਹੋਏਗਾ, ਹੁਣ ਕੀ ਹੋਏਗਾ ਜਿਹੜੇ ਦਿਨ ਹੈਗੇ ਆ, ਦਿਨ ਕੀ ਹੈਗਾ ਇੱਥੇ 1 ਦਿਨ ਕੰਮ ਖਤਮ ਹੋਣ ਤੋਂ ਪਹਿਲਾਂ ਚਲਾ ਜਾਂਦਾ, 1 ਦਿਨ ਕੰਮ ਖਤਮ ਹੋਣ ਤੋਂ ਪਹਿਲਾਂ ਚਲਾ ਜਾਂਦਾ ਤਾਂ ਉਹਦੇ ਨਾਲ ਗੁਣਾ ਕਰ ਦਾਂਗੇ ਤਾਂ ਇਹਦਾ ਕੰਮ ਆ ਜਾਏਗਾ। ਜਿਹੜਾ C ਹੈ ਜੀ ਉਹ ਪੂਰੇ ਦਿਨ ਕੰਮ ਕਰਦਾ, ਪੂਰਾ ਮਤਲਬ ਜਦੋਂ ਤੱਕ ਕੰਮ ਖਤਮ ਨਹੀਂ ਹੁੰਦਾ ਉਹ ਤਾਂ ਕੰਮ ਕਰਦਾ ਹੈ। ਤਾਂ ਕੀ ਹੈ ਜੀ ਉਹ 4x ਕੰਮ ਕਰੇਗਾ। ਕਿੰਨਾ ਜੀ 4x ਕਿਉਂਕਿ 4 ਹੁੰਦੀ ਐਫੀਸ਼ੀਐਂਸੀ ਹੈ, x ਦਿਨ ਉਹ ਕੰਮ ਕਰੇਗਾ। ਠੀਕ ਹੈ ਜੀ ਇੰਨੀ ਗੱਲ ਸਮਝ ਲੱਗਦੀ ਹੈ ਤਾਂ ਕਹੋ ਹਾਂਜੀ ਲੱਗ ਗਈ ਸਮਝ, ਬਿਲਕੁਲ ਸਮਝ ਆ ਰਹੀ ਹੈ। ਠੀਕ ਹੈ ਜੀ ਹੁਣ ਕੀ ਹੋਏਗਾ, ਹੁਣ ਕੀ ਹੋਏਗਾ ਗੁਣਾ ਕਰ ਦੋ 6 × 18 6 × 18 ਹੋ ਗਏ। 5 ਨੂੰ ਗੁਣਾ ਕਰੋਗੇ ਤਾਂ 5x - 5 ਆ ਜਾਏਗਾ। ਠੀਕ ਹੈ ਜੀ ਪਲੱਸ ਕਰੋਗੇ 4x। ਠੀਕ ਹੈ ਜੀ ਬਰਾਬਰ 60 ਹੋਏਗਾ। ਦੇਖੋ ਹੁਣ ਕੱਟੋ ਕੀ ਕੱਟੋਗੇ 5 ਚੋਂ ਮਾਈਨਸ ਕਰ ਦੋ ਇਹਨੂੰ, ਸੌਰੀ ਕਿੰਨਾ 18 ਵਿੱਚੋਂ 5 ਗਏ ਕਿੰਨੇ ਰਹਿ ਗਏ ਜੀ, ਕਿੰਨੇ ਰਹਿ ਗਏ ਜੀ 5x + 4x ਪਲੱਸ ਕਿੰਨੇ ਹੋ ਗਏ ਜੀ 13 ਬਰਾਬਰ 60। 13 ਨੂੰ ਉੱਧਰ ਲੈ ਜਾਓ, ਇਹਨਾਂ ਦੋਨੋਂ ਪਲੱਸ ਕਰ ਦੋ 9x ਬਰਾਬਰ 13 - 60 - 13 60 - 13 ਕਰੋਗੇ ਤਾਂ ਕਿੰਨਾ ਆਏਗਾ ਜੀ, ਕਿੰਨਾ ਆਏਗਾ ਦੇਖੋ ਇਹ ਆਏਗਾ ਆਪਣੇ ਕੋਲ 47। ਇੱਧਰ ਆ ਗਿਆ ਜੀ 9x, 9 ਨੂੰ ਥੱਲੇ ਲੈ ਜਾਓ x ਦੀ ਵੈਲਿਊ ਕਿੰਨੀ ਆ ਜਾਏਗੀ, x ਦੀ ਵੈਲਿਊ ਤੁਹਾਡੇ ਕੋਲ ਆ ਜਾਏਗੀ 47/9 9 ਚ 9 5 45 9 5 45 5 ਇਹ ਕਿੰਨਾ ਆ ਗਏ 2/9। ਇਹ ਕੀ ਆਪਣੇ ਕੋਲ ਦਿਨ ਆ ਗਏ, ਇਹ ਕੀ ਹੈ ਜੀ ਆਪਣੇ ਕੋਲ ਦਿਨ ਆ ਗਏ। ਲੱਗੀ ਸਮਝ ਜੀ ਦੱਸੋ ਹਾਂਜੀ ਲੱਗੀ ਕਿ ਨਹੀਂ ਲੱਗੀ, ਤਾਂ ਦੱਸ ਦਿਓ ਮੈਨੂੰ ਵੀ ਹਾਂਜੀ ਲੱਗ ਗਈ ਸਮਝ, ਬਿਲਕੁਲ ਸਮਝ ਆ ਰਹੀ ਹੈ, ਕੋਈ ਡਾਊਟ ਨਹੀਂ ਹੈ, ਕੋਈ ਕੁਝ ਨਹੀਂ ਹੈ। ਠੀਕ ਹੈ ਜੀ ਤਾਂ ਆਈ ਹੋਪ ਤੁਹਾਨੂੰ ਲੱਗੀ ਹੋਣੀ ਸਮਝ। ਤਾਂ ਦੁਬਾਰਾ ਕੀ ਹੈ ਜੀ ਆਪਾਂ ਸਮਝਾ ਦਿੰਦੇ ਹਾਂ, ਦੁਬਾਰਾ ਸਮਝਾ ਦਿੰਦੇ ਹਾਂ ਇੱਟਾਂ ਦੇ ਹਿਸਾਬ ਨਾਲ ਸਮਝਾਵਾਂਗੇ। ਦੇਖੋ ਜੀ ਕੀ ਹੈ ਜੀ ਆਪਣੇ ਕੋਲ 60 ਬੂਟੇ ਹੈਗੇ ਆ, 60 ਬੂਟੇ ਹੈਗੇ ਆ ਜਿਹਨੂੰ A B C ਲੱਗਦੇ ਆ ਲਗਾਉਣ ਵਾਸਤੇ। ਕੀ ਹੁੰਦਾ ਜੀ ਕਿ ਇਹ ਜਿਹੜਾ ਹੈਗਾ ਉਹ 6 ਬੂਟੇ ਲਾਉਂਦਾ 1 ਦਿਨ ਚ, B ਜਿਹੜਾ ਜੀ 5 ਬੂਟੇ ਲਾਉਂਦਾ
ਇੱਕ ਦਿਨ 'ਚ। ਸੀ ਜਿਹੜਾ ਜੀ 4 ਬੂਟੇ ਲਾਉਂਦਾ ਇੱਕ ਦਿਨ 'ਚ। ਇਹ ਆਪਾਂ ਕੱਢ ਲਈ ਉਹਨਾਂ ਦੀ ਐਫੀਸ਼ੀਐਂਸੀ ਕੱਢ ਲਈ। ਟੋਟਲ ਵਰਕ ਆਪਾਂ 60 ਲੈ ਲਿਆ ਐਲਸੀਐਮ, ਤੇ ਆਪਾਂ ਕੀ ਉਹਨਾਂ ਦੀ ਐਫੀਸ਼ੀਐਂਸੀ ਲਾ ਲਈ। ਠੀਕ ਹੈ ਜੀ। ਹੁਣ ਕੀ ਕਹਿੰਦਾ ਸਵਾਲ 'ਚ ਵੀ ਤਿੰਨੇ ਕੰਮ ਲੱਗਦੇ ਇੱਕੋ ਸਰ, ਮਤਲਬ ਤਿੰਨੇ ਕੀ ਹੈ ਜੀ 60 ਬੂਟੇ ਲਾਉਣ ਲੱਗਦੇ ਆ। ਕੀ ਹੁੰਦਾ ਜੀ ਇਹ ਜਿਹੜਾ ਜੀ 3 ਦਿਨ ਬਾਅਦ ਕੰਮ ਕਰਕੇ ਚਲਾ ਜਾਂਦਾ। ਇਹ ਜਿਹੜਾ ਜੀ 3 ਦਿਨ ਕੰਮ ਕਰਕੇ ਚਲਾ ਜਾਂਦਾ। ਤਾਂ ਆਪਾਂ ਨੂੰ ਪਤਾ ਹੈ ਜੀ 3 ਗੁਣਾ 6 ਕਰ ਦਾਂਗੇ ਤਾਂ ਇਹ ਦਾ ਕੰਮ ਆ ਜਾਏਗਾ, ਇਹਦਾ ਕੰਮ ਆ ਜਾਏਗਾ। ਹੁਣ ਪੰਗਾ ਪਿਆ ਬੀ ਦਾ। ਕੀ ਜੀ ਬੀ ਦਾ। ਪਿਛਲੇ ਸਵਾਲ 'ਚ ਕੀ ਸੀ ਆਪਾਂ ਨੂੰ ਪਤਾ ਸੀ ਸੀ ਜਿਹੜਾ 4 ਦਿਨ ਕੰਮ ਕੀਤਾ ਸੀ, 4 ਚੋਂ ਕੇ 16 ਕਰਕੇ ਤੇ ਆਪਾਂ ਭਲਾ ਇਹਦੇ 'ਚ ਮਤਲਬ 60 ਚੋਂ ਇਹ ਮਾਈਨਸ ਕਰਤਾ ਸੀ 16। ਠੀਕ ਹੈ ਜੀ। ਤਾਂ ਕੀ ਹੋਇਆ ਆਪਣਾ ਆਨਸਰ ਆ ਗਿਆ। ਪਰ ਹੁਣ ਕੀ ਕਿਹਾ ਉਹਨੇ, ਸਵਾਲ ਕੀ ਕਹਿੰਦਾ ਹੈ ਵੀ ਜਿਹੜਾ ਬੀ ਹੈਗਾ, ਬੀ ਕੀ ਹੈ ਜੀ ਜਦੋਂ ਕੰਮ ਖਤਮ ਹੋਇਆ, ਜਦੋਂ ਕੰਮ ਖਤਮ ਹੋਇਆ ਉਸ ਤੋਂ ਇੱਕ ਦਿਨ ਪਹਿਲਾਂ ਚਲਾ ਗਿਆ, ਉਸ ਤੋਂ ਇੱਕ ਦਿਨ ਪਹਿਲਾਂ ਕੰਮ ਛੱਡ ਕੇ ਚਲਾ ਗਿਆ। ਤਾਂ ਆਪਾਂ ਨੂੰ ਕੰਮ ਦਾ ਨਹੀਂ ਪਤਾ ਵੀ ਕਿੰਨੇ ਦਿਨਾਂ 'ਚ ਹੋਇਆ। ਤਾਂ ਆਪਾਂ ਕੀ ਰਫਲੀ ਐਕਸ ਡੇ ਮੰਨ ਲਿਆ, ਐਕਸ ਡੇ ਮੰਨ ਲਿਆ। ਠੀਕ ਹੈ ਜੀ। ਐਕਸ ਦਿਨ ਮੰਨ ਲੈਂਦੇ ਹਾਂ ਤਾਂ ਉਹ ਕਿੰਨੇ ਦਿਨ ਐਕਸ ਮਾਈਨਸ 1 ਆ ਜਾਏਗਾ। ਮੰਨ ਲਓ ਮੈਂ ਕਹਾਂ ਮੇਰੇ ਕੋਲ 12 ਟੌਫੀਆਂ। ਠੀਕ ਹੈ ਜੀ। ਮੈਂ ਕਹਿੰਦਾ ਜੀ ਮੇਰੇ ਕੋਲ 12 ਟੌਫੀਆਂ, ਇੱਕ ਘੱਟ ਮੇਰੇ ਦੋਸਤ ਕੋਲ ਹੈਗੀ ਆ, ਮੇਰੇ ਨਾਲੋਂ ਇੱਕ ਘੱਟ ਮੇਰੇ ਦੋਸਤ ਕੋਲ ਹੈਗੀ ਆ। ਤਾਂ ਉਹਦੇ ਕੋਲ ਕਿੰਨੀਆਂ ਹੋਣਗੀਆਂ 11। ਕਿੰਨੀਆਂ ਹੋਣਗੀਆਂ 11। ਜੇ ਮੈਂ ਕਹਿੰਦਾ ਜੀ ਮੇਰੇ ਕੋਲ ਟੌਫੀਆਂ ਹੈਗੀਆਂ ਨੇ ਤੇ ਮੇਰੇ ਟੌਫੀ ਜਿੰਨੀ ਮੇਰੇ ਕੋਲ ਟੌਫੀਆਂ ਦੀ ਸੰਖਿਆ ਹੈਗੀ ਆ ਉਸ ਤੋਂ ਇੱਕ ਘੱਟ ਮੇਰੇ ਦੋਸਤ ਕੋਲ ਹੈਗੀ ਆ। ਤਾਂ ਆਪਾਂ ਕੀ ਕਰਾਂਗੇ, ਮੇਰੇ ਕੋਲ ਮੰਨ ਲਓ x ਟੌਫੀਆਂ ਹੈਗੀਆਂ ਨੇ, ਕਿੰਨੀਆਂ ਜੀ x ਹੈਗੀਆਂ, ਤਾਂ ਮੇਰੇ ਦੋਸਤ ਕੋਲ ਕਿੰਨੀਆਂ ਹੋਣਗੀਆਂ x ਮਾਈਨਸ 1। x ਮਾਈਨਸ 1 ਹੀ ਹੋਣਗੀਆਂ। ਉਹਦੇ 'ਚ ਮੈਨੂੰ 20 ਦੀ ਵੈਲਿਊ ਰੱਖੋਗੇ ਤਾਂ ਉਹਦੀਆਂ ਉਨੀਆਂ ਹੋ ਜਾਣਗੀਆਂ। ਜੇ ਮੇਰੇ ਕੋਲ 21 ਹੈਗੀਆਂ ਤਾਂ ਉਹਦੇ ਕੋਲ 20 ਹੋ ਜਾਣਗੀਆਂ। ਜੇ ਮੇਰੇ ਕੋਲ 22 ਹੈਗੀਆਂ ਤਾਂ ਉਹਦੇ ਕੋਲ 21 ਹੋ ਜਾਣ, ਮਤਲਬ ਇੱਕ ਘੱਟ ਹੋਏਗੀ। x ਦੀ ਵੈਲਿਊ ਕੁਝ ਵੀ ਹੋ ਸਕਦੀ ਹੈ। ਤਾਂ ਆਪਾਂ ਕੀ ਜੀ x ਲੈ ਲਿਆ। ਹੁਣ ਕੀ ਹੈ ਜੀ ਜਿਹੜਾ c ਹੈਗਾ, c ਨੂੰ ਕੀ ਹੈ ਜੀ 4 ਬੂਟੇ ਲਾਉਂਦਾ। ਕੀ ਜੀ 4 ਬੂਟੇ ਲਾਉਂਦਾ, ਉਹ ਤਾਂ ਸਾਰਾ ਮਤਲਬ ਕੰਮ ਕਰੂਗਾ, ਜਦੋਂ ਤੱਕ ਕੰਮ ਖਤਮ ਨਹੀਂ ਹੁੰਦਾ ਸੀ ਤਾਂ ਰਹੂਗਾ। ਪਰ b ਕਿਹੜਾ ਜੀ ਇੱਕ ਦਿਨ ਪਹਿਲਾਂ ਚਲਾ ਜਾਊਗਾ। ਤਾਂ ਕੀ ਹੈ ਜੀ x ਮਾਈਨਸ 1। ਆਪਾਂ ਜਿਹੜਾ c ਨੂੰ ਜਿਹੜਾ ਕੰਮ ਕੀਤਾ ਪੂਰੇ ਦਿਨ ਕੰਮ ਕਰਨ ਨੂੰ ਖਤਮ ਹੋਣ ਨੂੰ ਸਮਾਂ ਲੱਗਿਆ, ਉਹ ਮੰਨ ਲੈਂਦੇ x ਸੀਗਾ। ਕਿੰਨਾ ਜੀ x ਸੀਗਾ। ਤੇ ਜਿਹੜਾ c ਹੈ ਜੀ c 4 ਇੱਕ ਦਿਨ ਬੂਟੇ 4 ਲਾਉਂਦਾ, ਇੱਕ ਦਿਨ 'ਚ 4 ਬੂਟੇ ਲਾਉਂਦਾ ਤਾਂ x ਦਿਨਾਂ ਵਿੱਚ 4x ਲਾਏਗਾ। ਠੀਕ ਹੈ ਜੀ 4x ਲਾਏਗਾ। ਉਵੇਂ ਕੀ ਜੀ b ਦੀ ਐਫੀਸ਼ੀਐਂਸੀ 5 ਸੀ, b ਦੀ ਐਫੀਸ਼ੀਐਂਸੀ 5 ਸੀ। ਉਹ ਕਿੰਨੇ ਦਿਨ ਕੰਮ ਕਰਦਾ ਜੀ x ਮਾਈਨਸ 1, x ਮਾਈਨਸ 1 ਦਿਨ ਕੰਮ ਕਰਦਾ। ਠੀਕ ਹੈ ਜੀ। ਹੁਣ ਆਪਾਂ ਕੀਤਾ ਬਸ ਇਹਨੂੰ ਸੋਲਵ ਕਰਤਾ, ਬਰਾਬਰ ਰੱਖਤਾ 60। ਇਹਨਾਂ ਦੋਨਾਂ ਨੂੰ ਸਾਰਿਆਂ ਨੂੰ ਵਾਪਸ ਪਲੱਸ ਕਰੋਗੇ ਤਾਂ 60 ਦੇ ਬਰਾਬਰ ਆ ਜਾਂਦਾ। ਇਹ ਤੁਹਾਨੂੰ ਪਤਾ ਹੀ ਹੈ। ਠੀਕ ਹੈ ਜੀ। ਤਾਂ ਦੇਖੋ ਕੀ ਹੋ ਗਿਆ, 6 18 ਪਲੱਸ 5 ਨੂੰ x ਨਾਲ ਕੀਤਾ ਤਾਂ 5x, 5 ਨੂੰ 1 ਨਾਲ ਕੀਤਾ ਤਾਂ 5। ਠੀਕ ਹੈ ਜੀ। ਬਾਕੀ 4x ਆ ਗਿਆ ਬਰਾਬਰ 60। ਹੁਣ ਕੀ ਹੈ ਜੀ 18 ਵਿੱਚੋਂ 5 ਮਾਈਨਸ ਕਰਤੇ, 13 ਆ ਗਏ, 5 ਤੇ 4 ਉਵੇਂ ਰੱਖ ਲਏ ਬਰਾਬਰ 60। ਹੁਣ ਕੀ ਹੈ ਜੀ x ਤੋਂ ਬਿਨਾਂ ਹੈਗੇ ਉੱਧਰ ਲੈ ਜਾਓ, 60 ਮਾਈਨਸ 13 ਕਰਦੇ ਤਾਂ ਕਿੰਨਾ ਆ ਗਿਆ 47। ਇਹ ਦੋਨੋਂ x ਵਾਲੇ ਸੀਗੇ, ਜੋੜ ਤੇ 9x ਆ ਗਿਆ। ਠੀਕ ਹੈ ਜੀ। ਹੁਣ ਇਹ ਗੁਣਾ 'ਚ ਹੈਗਾ x ਦੇ ਤਾਂ ਥੱਲੇ ਬਟੇ ਚਲਾ ਗਿਆ, ਬਟੇ ਜਾ ਕੇ ਕਿੰਨਾ ਆ ਗਿਆ ਜੀ 5 ਸਹੀ 2/9। 5 ਸਹੀ 2/9 ਦਿਨਾਂ 'ਚ ਕੰਮ ਪੂਰਾ ਹੋ ਜਾਏਗਾ। ਠੀਕ ਹੈ ਜੀ। 5 ਸਹੀ 9/3 'ਚ ਪੂਰਾ ਹੋ ਜਾਏਗਾ। ਠੀਕ ਹੈ ਜੀ। ਹੁਣ ਦੇਖੋ ਕੀ ਬਣੇਗਾ, ਤਾਂ ਕਿ 6 ਦੀ 18 ਕਿੰਨਾ ਹੋ ਗਿਆ 18 ਕਿੰਨੇ ਬਚ ਗਏ 42। ਦੇਖੋ ਜੇ ਤੁਸੀਂ ਇੰਨੇ ਝੰਜਟ ਨਹੀਂ ਪੈਣਾ, ਇੰਨੇ ਕੀ ਹੈ ਜੀ ਪੰਬੜ ਗੁੱਸੇ 'ਚ ਨਹੀਂ ਪੈਣਾ। ਸਿਰਫ ਇੱਕ ਛੋਟੀ ਟ੍ਰਿਕ ਹੈਗੀ ਆ, ਛੋਟੀ ਜੀ ਟ੍ਰਿਕ ਹੈਗੀ ਆ, ਉਹ ਯਾਦ ਕਰ ਲਓ, ਉਹ ਸਮਝ ਲਓ, ਤੁਹਾਡਾ ਬੇੜਾ ਪਾਰ ਹੋ ਜਾਣਾ ਜੀ, ਬੇੜਾ ਤੁਹਾਡਾ ਪਾਰ ਹੋ ਜਾਣਾ। ਤੁਸੀਂ ਕਹੋਗੇ ਵਾਹ ਸਰ ਜੀ ਵਾਹ, ਕਿਆ ਤੁਸੀਂ ਟ੍ਰਿਕ ਦੱਸਦੇ ਹੋ, ਤਾਂ ਦੇਖੋ ਆਪਾਂ ਕੀ ਹੈ ਜੀ ਕਰਦੇ ਹਾਂ ਉਸ ਟ੍ਰਿਕ ਦਾ ਹੱਲ। ਦੇਖੋ ਜੀ ਆਪਣਾ ਟੋਟਲ ਵਰਕ ਹੈਗਾ, ਟੋਟਲ ਵਰਕ ਕਿੰਨਾ ਜੀ 60। ਕਿੰਨਾ ਹੈ ਜੀ 60। ਇਹ ਕਿੰਨਾ ਕੰਮ ਕਰਕੇ ਚਲਾ ਗਿਆ ਮੈਨੂੰ ਦੱਸ ਦਿਓ। ਇਹ ਕੀ ਹੈ ਜੀ 3 ਦਿਨ ਕੰਮ ਕਰਕੇ ਗਿਆ, ਕਿੰਨਾ ਕੰਮ ਬਣ ਗਿਆ ਇਹ ਦੱਸ ਦਿਓ ਮੈਨੂੰ ਵੀ ਕਿੰਨਾ ਕੰਮ ਕਰਕੇ ਚਲਾ ਗਿਆ, ਕਿੰਨੇ ਬੂਟੇ ਲਾ ਕੇ ਚਲਾ ਗਿਆ। ਤੁਸੀਂ ਕਹੋਗੇ ਸਰ ਜੀ 6 ਬੂਟੇ ਇੱਕ ਦਿਨ ਚਲਾਉਂਦਾ, 6 ਬੂਟੇ ਇੱਕ ਦਿਨ ਚਲਾਉਂਦਾ ਤਾਂ 3 ਦਿਨਾਂ 'ਚ ਕਿੰਨੇ ਹੋ ਗਏ ਜੀ 18 ਬੂਟੇ ਹੋ ਗਏ, 18 ਬੂਟੇ ਹੋ ਗਏ। ਤਾਂ ਕੀ ਹੈ ਜੀ ਆਪਾਂ ਇਹ ਦਾ ਕੰਮ 18 ਮਾਈਨਸ ਕਰ ਦਾਂਗੇ। ਇਹ ਪਿਛਲੀ ਵਾਰੀ ਮੈਂ ਮੈਥਡ ਦੱਸਿਆ ਜਿਹੜਾ ਸੈਕਿੰਡ ਕਨਸੈਪਟ ਦੱਸਿਆ ਸੀ ਉਹਦੇ 'ਚ। ਠੀਕ ਹੈ ਜੀ। ਕਿੰਨਾ ਆ ਗਿਆ 42 ਆ ਗਿਆ। ਤੁਸੀਂ ਕਹੋਗੇ ਜੀ 42 ਆ ਗਿਆ। ਠੀਕ ਹੈ ਜੀ 42 ਆ ਗਿਆ। ਹੁਣ ਮੈਂ ਕਹਾਂ B ਜਿਹੜਾ ਜੀ ਇੱਕ ਦਿਨ ਹੋਰ ਕੰਮ ਕਰ ਲਵੇ, ਦੇਖੋ ਕੀ ਇਕੁਏਸ਼ਨ ਕੀ ਹੈ, ਇਕੁਏਸ਼ਨ ਥੋੜਾ ਸੋਲਵ ਕਰਦੇ ਹਾਂ ਆਪਾਂ। B ਬਰਾਬਰ ਕੀ ਹੈ ਜੀ x ਪਲੱਸ 1 ਹੈਗਾ, x ਮਾਈਨਸ 1 ਹੈਗਾ। ਮੈਂ ਕਹਾਂ ਜੀ ਇੱਕ ਦਿਨ ਹੋਰ ਕੰਮ ਕਰ ਲਵੇ, ਤਾਂ ਕਿੰਨਾ ਆਏਗਾ ਜੀ, ਇਹਨੂੰ ਸੋਲਵ ਕਰੋਗੇ ਤਾਂ x ਮਾਈਨਸ 1
प्लस 1 माइनस नाल कट दूगा बराबर कितना बच गया x, मतलब कि उन्ने दिन ही काम करेगा जिन्ना C काम करता है। ठीक है जी। देखो मैं की कहां, मैं कहां जी B जिहड़ा है वो एक दिन पहला जिहड़ा काम छड़ के गया ਉਹਨੂੰ एक दिन होर ले आउने ਆਪਾਂ ਧੱਕੇ ਨਾਲ ਮਿਹਨਤ ਦਾ ਕਰਕੇ ਇੱਕ ਦਿਨ ਹੋਰ ਲਿਆਂਦਾ ਤਾਂ ਕੀ ਹੈ ਉਹ A ਤੇ B ਦੋਨੋਂ ਇਕੱਠੇ ਕੰਮ ਕਰਨਗੇ ਨਾ ਜੀ। A ਤੇ B ਦੋਨੋਂ ਇਕੱਠੇ ਕੰਮ ਕਰਨਗੇ ਕਿਉਂਕਿ ਉਹ ਦੋਨੋਂ ਕੀ ਹੈ ਜੀ ਲਾਸਟ ਤੱਕ ਕੰਮ ਕਰਨਗੇ। ਹੁਣ ਜੇ ਆਪਾਂ ਕੀ ਹੈ ਜੀ ਇੱਕ ਕੀ ਹੈ ਇੱਕ ਦਿਨ ਹੋਰ ਲਿਆਈਏ ਤਾਂ ਇੱਕ ਦਿਨ ਵਿੱਚ ਕਿੰਨਾ ਕੰਮ ਕਰਦਾ ਜੀ 5 ਕੰਮ ਕਰਦਾ ਹੈ। ਠੀਕ ਹੈ ਮੈਂ ਕਹਾਂ ਜੀ 5 ਕੰਮ ਕਰਦਾ ਹੈ, ਇਹਨੂੰ 5 ਨੂੰ ਹੋਰ ਜੋੜ ਦਿਓ ਕੀ ਹੈ ਜੀ 5 ਨੂੰ ਹੋਰ ਜੋੜ ਦਿਓ ਤਾਂ ਕਿੰਨਾ ਆ ਗਿਆ ਜੀ 47 ਆ ਗਿਆ। ਤੁਸੀਂ ਕਹੋਗੇ 47 ਆ ਗਿਆ। ਹੁਣ ਮੈਂ ਕਹਾਂ कि B ਤੇ C ਦੋਨੋਂ ਇਕੱਠੇ ਕੰਮ ਕਰਦੇ ਆ 47 ਕੰਮ ਹੈਗਾ 47 ਬੂਟੇ ਹੈਗੇ ਆ B ਤੇ C ਇਕੱਠੇ ਲਾਉਂਦੇ ਆ ਤਾਂ ਕਿੰਨੇ ਦਿਨਾਂ 'ਚ ਕੰਮ ਪੂਰਾ ਹੋਏਗਾ। ਤੁਸੀਂ ਕਹੋਗੇ ਸਰ ਸਿੰਪਲ ਹੈ ਜੀ ਟੋਟਲ ਵਰਕ ਦੇਤਾ ਤੁਸੀਂ ਟੋਟਲ ਵਰਕ ਦੇਤਾ ਕੀ ਹੈ ਜੀ 47 ਬਟੇ ਕਰ ਦਿੰਦੇ ਆਪਾਂ ਐਫੀਸ਼ੀਐਂਸੀ ਕਿੰਦੀ ਹੈ B ਤੇ C ਦੀ 5 ਤੇ 4 9 ਹੈਗੀ ਆ 5 ਤੇ 4 9 ਹੈਗੀ ਆ ਕਿੰਨਾ ਆਏਗਾ ਜੀ 9 5 45 ठीक है जी 5 बटे 5 सही 2 बटे 9 आ जाएगा। ਤੁਸੀਂ ਕਹੋਗੇ ਇਹ ਤਾਂ ਸਿੰਪਲ ਹੈ ਜੀ ਟ੍ਰਿਕ ਤਾਂ ਬਹੁਤ ਵਧੀਆ ਕੰਮ ਕਰ ਗਈ। ਕਿਵੇਂ ਕੰਮ ਕੀਤੀ ਵੀ ਦੇਖੋ ਜਿਹੜਾ ਬੰਦਾ ਜਿਹੜਾ ਵਿਅਕਤੀ ਜਿਹੜਾ ਵੀ ਹੋਵੇ ਉਹ ਮਤਲਬ ਕੰਮ ਕਰਕੇ ਚਲਾ ਜਾਂਦਾ ਮੰਨ ਲਓ ਇੱਥੇ 4 ਦਿਨ ਹੁੰਦਾ ਤਾਂ 6 ਨੂੰ 4 ਨਾਲ ਗੁਣਾ ਕਰ ਦਿੰਦੇ 6 ਨੂੰ 4 ਦਿਨ ਗੁਣਾ ਕਰਦੇ। ਹੁਣ ਦੇਖੋ ਦੂਸਰਾ ਸਵਾਲ ਇਹਦੇ ਨਾਲ ਹੀ ਹੈਗਾ ਦੂਸਰਾ ਸਵਾਲ ਆਪਾਂ ਕਰ ਲੈਂਦੇ ਹਾਂ ਕੀ ਹੈ ਜੀ ਆਪਦੇ ਵੱਲੋਂ ਬਣਾ ਦਿੰਦੇ ਆ ਆਪਦੇ ਵੱਲੋਂ ਬਣਾ ਲੈਂਦੇ ਆ। ਦੇਖੋ ਮੰਨ ਲਓ ਕੀ ਕਹਿੰਦਾ ਜੀ ਇਹ ਜਿਹੜਾ 4 ਦਿਨਾਂ ਬਾਅਦ ਚਲਾ ਗਿਆ 4 ਦਿਨ ਕੰਮ ਕੀਤੇ ਚਲਾ ਗਿਆ। B ਜਿਹੜਾ ਜੀ ਕੰਮ ਖਤਮ ਹੋਣ ਤੋਂ 2 ਦਿਨ ਪਹਿਲਾਂ ਕੰਮ ਖਤਮ ਹੋਣ ਤੋਂ 2 ਦਿਨ ਪਹਿਲਾਂ ਚਲਾ ਗਿਆ। ਹੁਣ ਕੀ ਕਰਾਂਗੇ ਆਪਾਂ 60 ਲੈ ਲਾਂਗੇ ਟੋਟਲ ਵਰਕ 60 ਕਰ ਲਾਂਗੇ ਮਾਈਨਸ ਮਤਲਬ ਇਹਦੇ ਚੋਂ ਮਾਈਨਸ ਕਰ ਦਾਂਗੇ ਕਿੰਦਾ ਜੀ A ਦਾ ਕੰਮ A ਕਿੰਨਾ ਕੰਮ ਕਰ ਗਿਆ ਜੀ 4 ਦਿਨ ਕੰਮ ਕਰ ਗਿਆ 6 ਬੂਟੇ ਇੱਕ ਦਿਨ ਲਾਉਂਦਾ 4 ਛਿਕਾ 24 4 ਛਿਕਾ 24 ਹੋ ਜਾਏਗਾ ਤਾਂ ਇਹ ਮਾਈਨਸ ਕਰੋਗੇ ਤਾਂ ਕਿੰਨਾ ਆਏਗਾ ਜੀ ਮਾਈਨਸ ਕਰੋਗੇ ਤਾਂ ਕਿੰਨਾ ਆਏਗਾ ਆਪਣੇ 36 ਆ ਜਾਏਗਾ। ਠੀਕ ਹੈ ਜੀ 36 ਆ ਜਾਏਗਾ। ਹੁਣ ਤੁਸੀਂ ਕਹੋਗੇ ਕਿ B ਜਿਹੜਾ ਜੀ 2 ਦਿਨ ਹੋਰ ਲਿਆਓ ਕੰਮ 2 ਦਿਨ ਹੋਰ ਕੰਮ ਲਿਆਓਗੇ ਤਾਂ 2 ਨੂੰ ਗੁਣਾ ਕਰ ਦਾਂਗੇ 5 ਨਾਲ ਕਿੰਨਾ ਆ ਗਿਆ ਜੀ 10 2 ਨੂੰ 5 ਨਾਲ ਗੁਣਾ ਕਰਾਂਗੇ 10 ਤਾਂ ਇੱਥੇ ਕੀ ਜੀ 10 ਹੋਰ ਜੋੜ ਲਓ ਕੰਮ ਹੋ ਗਿਆ 46 ਕੰਮ ਹੋ ਗਿਆ 46। ਇਹ ਹੁਣ ਟੋਟਲ ਵਰਕ ਬਣ ਗਿਆ ਕੀ ਬਣ ਗਿਆ ਜੀ ਟੋਟਲ ਵਰਕ 46 ਨੂੰ ਹੁਣ ਕੀ ਕਹੋਗੇ ਕੌਣ ਕੰਮ ਕਰਨਗੇ B ਤੇ C ਦੋਨੋਂ ਕਰਨਗੇ ਕਿਉਂਕਿ A ਤਾਂ ਕੀ ਹੈ ਜੀ ਆਪਣਾ ਚਲਾ ਗਿਆ A ਤਾਂ ਕੀ ਜੀ ਆਪਣਾ ਚਲਾ ਗਿਆ ਤੇਲਾ ਦੇ ਗਿਆ ਹੁਣ ਨਹੀਂ ਹੁੰਦਾ ਵਾਪਸ। ਹੁਣ ਆਪਾਂ ਕਰਾਂਗੇ 5 ਤੇ 4 9 ਨੂੰ ਕਰ ਲਾਂਗੇ। ਠੀਕ ਹੈ ਜੀ 9 5 45 9 5 45 ਤੇ 1 ਬਟੇ 9 ਆ ਗਿਆ। ਇਹ ਆਪਣਾ ਉੱਤਰ ਆ ਗਿਆ। ਸਹੀ ਸਮਝ ਲੱਗੀ ਤਾਂ ਬੋਲੋ ਹਾਂਜੀ ਲੱਗ ਗਈ। ਇਹ ਕੀ ਜੀ ਟ੍ਰਿਕ ਹੈਗੀ ਆ ਇਹ ਕੀ ਹੈ ਜੀ ਟ੍ਰਿਕ ਹੈਗੀ ਆ। ਜੇ ਤੁਸੀਂ ਵੱਡੇ ਕਨਸੈਪਟ ਨਾਲ ਕਰੋਗੇ ਤਾਂ ਵੀ ਠੀਕ ਹੈ ਪਰ ਇਹ ਮੇਰੇ ਹਿਸਾਬ ਨਾਲ ਵਧੀਆ ਹੈਗੀ ਆ ਤੁਹਾਨੂੰ ਸਮਝ ਵੀ ਲੱਗੀ ਹੋਣੀ ਤਾਂ ਇੱਕ ਵਾਰ ਹੋਰ ਸਮਝ ਲਓ ਤੁਹਾਨੂੰ ਸਮਝਾਉਣ ਲਈ ਮੈਂ ਸਾਰੀ ਰਾਤ ਪੜ੍ਹਾ ਸਕਦਾ ਪਰ ਤੁਸੀਂ ਸਮਝਣ ਵਾਲੇ ਬਣੋ। ਠੀਕ ਹੈ ਜੀ ਕੀ ਸਮਝਣ ਵਾਲੇ ਬਣੋ। ਹੁਣ ਮੰਨ ਲੈਣਾ 4 ਦਿਨ 4 ਤੋਂ ਕਿੱਥੇ ਆ ਗਿਆ ਜੀ 5 ਦਿਨ ਆ ਗਿਆ 5 ਦਿਨ ਕੰਮ ਲਾ ਗਿਆ x ਕਿਹੜਾ ਜੀ x ਕੰਮ ਖਤਮ ਹੋਣ ਤੋਂ 3 ਦਿਨ ਪਹਿਲਾਂ ਚਲਾ ਗਿਆ। ਠੀਕ ਹੈ ਹੁਣ ਕੀ ਕਰੋਗੇ ਤੁਸੀਂ ਫਿਰ ਟੋਟਲ ਵਰਕ ਕਰੋਗੇ ਕਿੰਨਾ ਜੀ 60 ਮਾਈਨਸ A ਦਾ ਕਰ ਦੋਗੇ ਮਾਈਨਸ A ਦਾ ਇਹ ਕਿੰਨੇ ਦਿਨ ਲੱਗ ਗਿਆ 5 ਦਿਨ ਕੰਮ ਕਰ ਗਿਆ 6 ਇੱਕ ਦਿਨ ਬੂਟੇ ਲਾਉਂਦਾ 5 ਛਿਕਾ 30 5 ਛਿਕਾ 30 ਇਹ ਮਾਈਨਸ ਕਰ ਦਾਂਗੇ ਆਪਾਂ ਕਿੰਨਾ ਬਚ ਗਿਆ 30 ਬਚ ਗਿਆ। ਹੁਣ ਕੀ ਹੈ ਜੀ 3 ਦਿਨ ਹੋਰ ਲੈ ਕੇ ਆਓ ਕਿਹਨੂੰ B ਨੂੰ ਤੁਸੀਂ ਕਹੋਗੇ 3 ਦਿਨ ਹੋਰ ਲੈ ਕੇ ਆਓ B ਨੂੰ ਇੱਕ ਦਿਨ 'ਚ ਕਿੰਨੇ ਬੂਟੇ ਲਾਉਂਦਾ 5 3 ਦਿਨਾਂ 'ਚ ਕਿੰਨੇ ਲਾ ਦੇਗਾ 15 ਕੀ ਜੀ 15 ਬੂਟੇ ਤਾਂ 15 ਹੋਰ ਜੋੜ ਦਾਂਗੇ ਤਾਂ ਕਿੰਨੇ ਹੋ ਜਾਣਗੇ ਆਪਣੇ ਕੋਲ 45 ਕਿੰਨੇ ਜੀ 45 ਹੋ ਗਏ। ਹੁਣ ਮੈਂ ਕਹਿਣਾ ਟੋਟਲ ਵਰਕ ਕਿੰਨਾ ਜੀ 45 ਕਿੰਨਾ ਹੋ ਗਿਆ ਜੀ 45 A ਤੇ B ਕਿੰਨੇ ਦਿਨਾਂ 'ਚ ਕਰਨਗੇ A ਤੇ B ਕਿੰਨੇ ਦਿਨਾਂ ਵਿੱਚ ਕਰਨਗੇ। ਤੁਸੀਂ ਕਹੋਗੇ ਇਹ ਤਾਂ ਸਿੰਪਲ ਹੈ B ਤੇ C ਕਿੰਨੇ ਦਿਨਾਂ 'ਚ ਕਰਨਗੇ B 5 ਕਰਦਾ ਹੈ C 4 ਬੂਟੇ ਲਾਉਂਦਾ ਹੈ ਤਾਂ ਇੱਕ ਦਿਨ 'ਚ ਕਿੰਨੇ ਬੂਟੇ ਲੱਗਦੇ ਆ ਜੀ 9 ਬੂਟੇ ਤਾਂ 45 9 ਨਾਲ ਪਾ ਕਰੋਗੇ ਕਿੰਨਾ ਆ ਗਿਆ ਜੀ 9 5 45 ਤਾਂ 5 ਡੇਜ਼ ਆ ਗਿਆ 5 ਦਿਨ ਆ ਗਿਆ ਜੀ 5 ਦਿਨ ਕੰਮ ਕਰਨਗੇ ਤਾਂ ਕਿ ਇਹ ਕੰਮ ਪੂਰਾ ਹੋ ਜਾਏਗਾ। ਦੇਖੋ ਆ ਸਿੰਪਲ ਸਵਾਲ ਹੈਗਾ ਸਿੰਪਲ ਤਰੀਕੇ ਨਾਲ ਹੋ ਜਾਂਦਾ ਕੋਈ ਘਬਰਨ ਦੀ ਲੋੜ ਨਹੀਂ ਹੁੰਦੀ ਜੇ ਤੁਸੀਂ ਸਮਝਿਆ ਹੋਇਆ
ਤਾਂ ਮੈਨੂੰ ਲੱਗਦਾ ਤੁਹਾਨੂੰ ਸਮਝ ਲੱਗ ਗਈ ਹੋਣੀ। ਇੱਕ ਹੋਰ ਐਗਜ਼ਾਮਪਲ ਲੈ ਲਓ, ਇੱਕ ਹੋਰ ਐਗਜ਼ਾਮਪਲ ਲੈ ਲਓ। ਕੀ ਹੈ ਜੀ, ਬਸ ਥੋੜਾ ਜਿਹਾ ਮੋਡੀਫਾਈ ਹੈਗਾ। ਹੁਣ ਆਪਾਂ ਕੀ ਹੈ ਜੀ, ਇਹ ਵੀ ਦੇਖੋ ਅਗਲਾ ਸਵਾਲ ਹੀ ਹੈਗਾ ਤੁਹਾਡੀ ਸਕਰੀਨ ਦੇ ਉੱਤੇ, ਥੋੜਾ ਸਮਝਾ ਕੇ ਇਹਦੀ ਟ੍ਰਿਕ ਹੀ ਕਰਾਉਂਗਾ ਇਹਨਾਂ, ਕਿਉਂਕਿ ਕਨਸੈਪਟ ਬਹੁਤ ਔਖਾ ਹੈ ਥੋੜਾ ਜਿਹਾ, ਤੁਹਾਡੇ ਸਮਝੋ ਬਾਹਰ ਚਲੀ ਜਾਣੀ। ਫਿਰ ਤੁਸੀਂ ਕਹੋਗੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਕੀ ਜੀ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਉਹ ਗੱਲਾਂ ਆਪਾਂ ਨਹੀਂ ਕਰਨੀਆਂ। ਠੀਕ ਹੈ ਜੀ, ਉਹ ਗੱਲਾਂ ਆਪਾਂ ਪਹਿਲਾਂ ਹੀ ਨਹੀਂ ਕੀਤੀਆਂ। ਹੁਣ ਦੇਖੋ ਕੀ ਕਹਿੰਦਾ ਜੀ, 4 ਨੰਬਰ ਸਵਾਲ ਹੈ ਜੀ। 4 ਨੰਬਰ ਰਹਿਣ ਦਿਓ, 4 ਨੰਬਰ ਆਪੇ ਕਰ ਲੋਗੇ। हाँ, ਕੀ ਕਹਿੰਦਾ ਜੀ, ए काम पूरा होने से 2 दिन पहले चला गया। कितना जी, x - 2 आ जाएगा काम पूरा करने तो पहला। ठीक है जी, उस तरह बी काम पूरा होने से 3 दिन पहले चला गया। 3 दिन पहले आ जाओ जी बोर्ड ਦੇ ਉੱਤੇ, ਵਾਈਟ ਬੋਰਡ ਦੀ ਸਕਰੀਨ ਦੇ ਉੱਤੇ ਆ ਜਾਓ। ਤਾਂ ਕੀ ਕਹਿੰਦਾ ਇਹਦੇ ਵਿੱਚ ਵੀ ਹੁਣ ਕੀ ਹੈ, a ਵੀ ਜਿਹੜਾ ਜੀ ਉਹ a ਕੀ ਹੈ ਜੀ, ਕੰਮ ਪੂਰਾ ਹੋਣ ਤੋਂ 2 ਦਿਨ ਪਹਿਲਾਂ, b ਜਿਹੜਾ ਜੀ ਕੰਮ ਪੂਰਾ ਹੋਣ ਤੋਂ 3 ਦਿਨ ਪਹਿਲਾਂ। ਹੁਣ ਆਪਾਂ ਕੀ ਕਰੀਏ ਜੀ, ਇਹਨਾਂ ਕੋਲੋਂ 2 ਦਿਨ ਹੋਰ ਕੰਮ ਕਰਾਈਏ a ਤੋਂ, 2 ਦਿਨ ਹੋਰ ਕੰਮ ਕਰਾਈਏ a ਤੋਂ, ਤੇ b ਤੋਂ ਕਿੰਨਾ ਕਰਾਈਏ ਜੀ, 3 ਦਿਨ ਹੋਰ। ਤਾਂ ਕੀ ਇਹ ਤਿੰਨੇ ਬਰਾਬਰ ਕਰ ਦੇਣਗੇ, ਬਰਾਬਰ ਕਰ ਦੇਣਗੇ। ਠੀਕ ਹੈ ਜੀ, ਹੁਣ ਕੀ ਕਰਾਂਗੇ ਆਪਾਂ, ਹੁਣ ਕੀ ਕਰਾਂਗੇ, ਟੋਟਲ ਵਰਕ ਲਿਖ ਲਾਂਗੇ। ਟੋਟਲ ਵਰਕ ਕਿੰਨਾ ਜੀ, 60। ਟੋਟਲ ਵਰਕ ਆਪਣਾ 60 ਹੀ ਹੈਗਾ। ਹੁਣ ਕੀ ਹੈ, ਇਹ ਜਿਹੜਾ ਜੀ 6 ਬੂਟੇ ਲਾਉਂਦਾ ਇੱਕ ਦਿਨ 'ਚ, 2 ਦਿਨਾਂ 'ਚ ਕਿੰਨੇ ਲਾ ਦੂਗਾ ਜੀ, ਕਿੰਨੇ ਲਾ ਦੂਗਾ, 6 × 2 12 ਬੂਟੇ, 12 ਬੂਟੇ ਇਹ ਲਾ ਦੂਗਾ। ਤਾਂ ਆਪਾਂ ਇਹਨੂੰ ਹੁਣ ਪਲੱਸ ਕਰਾਂਗੇ, ਪਲੱਸ ਕਰਾਂਗੇ ਤਾਂ ਹੀ ਕੰਮ ਕਰਨਗੇ ਨਾ। ਇੱਧਰ ਦੇਖੋ, ਇੱਧਰ ਮਾਈਨਸ ਹੈਗਾ, ਤਾਂ ਇੱਧਰ ਕੀ ਆਪਾਂ ਨੂੰ ਪਲੱਸ ਕਰਨਾ ਪੈਣਾ, ਕਿਉਂਕਿ ਇਹ ਕੀ 2 ਦਿਨ ਘੱਟ ਕੰਮ ਕੀਤਾ, 2 ਦਿਨ ਘੱਟ ਕੰਮ ਕੀਤਾ, ਤਾਂ ਆਪਾਂ ਨੂੰ ਉਹਨਾਂ ਕੰਮ ਵਧਾ ਦਾਂਗੇ। ਕੀ ਹੈ ਜੀ, ਉਹਨਾਂ ਕੰਮ ਵਧਾ ਦਾਂਗੇ। ਤਾਂ ਕੰਮ ਵਧਾਵਾਂਗੇ ਤਾਂ ਕਿੰਨਾ ਜੀ, 12 ਵਧਾਤਾ ਕੰਮ। ਹੁਣ ਜਿਹੜਾ B ਹੈ, B ਜਿਹੜਾ ਇੱਕ ਦਿਨ 'ਚ 5 ਬੂਟੇ ਲਾਉਂਦਾ, ਇੱਕ ਦਿਨ 'ਚ 5 ਬੂਟੇ ਲਾਉਂਦਾ, ਤੇ 3 ਦਿਨਾਂ 'ਚ ਕਿੰਨਾ ਲਾਊਗਾ ਜੀ, ਤੁਸੀਂ ਕਹੋਗੇ 5 × 3 ਕਰ ਦੋ, ਕਿੰਨਾ ਆ ਗਿਆ 15। ਕਿੰਨਾ ਆ ਗਿਆ ਜੀ, 15 ਆ ਗਿਆ। ਹੁਣ ਕੀ ਹੈ ਜੀ, 15 ਹੋਰ ਜੋੜ ਦੋ। 15 ਹੋਰ ਕਿਉਂ ਜੋੜ ਦੋ, ਕਿਉਂਕਿ ਜੇਕਰ ਉਹ 3 ਦਿਨ ਹੋਰ ਕੰਮ ਕਰੇਗਾ ਤਾਂ ਸਾਰੇ ਬਰਾਬਰ ਹੋ ਜਾਣਗੇ, ਸਾਰੇ ਬਰਾਬਰ ਹੋ ਜਾਣਗੇ। ਹੁਣ ਕੀ ਹੋ ਗਿਆ, ਹੁਣ ਕੀ ਹੋ ਗਿਆ, ਕੰਮ ਵੱਧ ਗਿਆ। ਕੰਮ ਕੀ ਹੈ ਜੀ, ਵੱਧ ਗਿਆ। ਕਿੰਨਾ ਹੋ ਗਿਆ ਜੀ, 7 ਤੇ 8 87 ਹੋ ਗਿਆ। ਕਿੰਨਾ ਹੋਗਾ ਜੀ, ਟੋਟਲ ਵਰਕ ਹੁਣ 87 ਹੋ ਗਿਆ। ਹੁਣ ਕੌਣ ਕੌਣ ਕੰਮ ਕਰਨਗੇ, ਹੁਣ ਕੌਣ ਕੌਣ ਕੰਮ ਕਰਨਗੇ, A ਵੀ ਕਰੇਗਾ, B ਵੀ ਕਰੇਗਾ, C ਵੀ ਕਰੇਗਾ। ਠੀਕ ਹੈ ਜੀ, ਤੁਸੀਂ ਕਹੋ ਕਿਉਂ, ਕਿਉਂਕਿ ਆਪਾਂ ਜੀ ਇਹ 2 ਦਿਨ ਪਹਿਲਾਂ ਕੰਮ ਛੱਡ ਗਿਆ, 2 ਦਿਨ ਪਹਿਲਾਂ ਕੰਮ ਛੱਡ ਗਿਆ। ਆਪਾਂ ਇਹਨੂੰ 2 ਦਿਨ ਹੋਰ ਕੰਮ ਕਰਾ ਲਿਆ, 2 ਦਿਨ ਹੋਰ ਕੰਮ ਕਰਾ ਲਿਆ, ਤਾਂ ਜਿਹੜਾ ਇਹਦਾ ਕੰਮ ਆਇਆ ਸੀ ਨਾ 12, ਜਿਹੜਾ ਇਹਨੇ ਬੂਟੇ ਲਾਏ ਸੀ 12 ਹੋਰ ਜੋੜਤੇ, 60 'ਚ 12 ਹੋਰ ਜੋੜਤੇ। ਜਿਹੜਾ B ਸੀਗਾ ਉਹ 3 ਕੰਮ ਕਰਦਾ ਸੀ। ਕਿੰਨਾ ਜੀ, 3 ਕੰਮ ਕਰਦਾ ਸੀ। ਤਾਂ ਕੀ ਕੀਤਾ ਆਪਾਂ, 3 ਹੋਰ ਮਤਲਬ ਦਿਨ ਆਪਾਂ ਕੰਮ ਕਰਾਵਾਂਗੇ, 3 ਹੋਰ ਕੰਮ ਕਰਾਵਾਂਗੇ, ਤਾਂ 15 ਬੂਟੇ ਜਿਹੜੇ ਆਪਾਂ ਨੂੰ ਹੋਰ ਜੋੜਨੇ ਪੈਣੇ ਨੇ, ਤਾਂ ਜਾ ਕੇ ਕੀ ਆਪਣਾ ਇਹ ਤਿੰਨੇ ਇਕੱਠੇ ਕੰਮ ਕਰਨਗੇ। ਤਾਂ ਕੀ ਜੀ, 15 ਆਪਾਂ ਹੋਰ ਜੋੜਤੇ, 15 ਆਪਾਂ ਹੋਰ ਜੋੜਤੇ। ਇਹਨੂੰ ਬਟਾ ਕਰ ਦੋ, ਕਿੰਨੇ ਤਿੰਨਾਂ ਦੀ ਐਫੀਸ਼ੀਐਂਸੀ 6 4 10 ਤੇ 5 15 15 ਆ ਗਿਆ ਜੀ। 87 ਨੂੰ ਭਾਗ ਕਰ ਦੋ 15 ਨਾਲ, ਕਿੰਨਾ ਆਏਗਾ ਜੀ, 15 ਨਾਲ 15 30 15 45 15 24 60 15 5 75, 15 ਨਾਲ 5 ਕਰੋਗੇ ਤਾਂ 75 ਆ ਜਾਏਗਾ। ਬਾਕੀ ਕਿੰਨਾ ਬਚ ਗਿਆ ਜੀ, ਬਾਕੀ ਕਿੰਨਾ ਬਚ ਗਿਆ, 75 5 ਤੇ 7 5 7 ਕਿੰਨੇ ਹੁੰਦੇ ਜੀ, 12/15 ਆ ਗਿਆ। ਠੀਕ ਹੈ ਜੀ, 12/15 ਡੇਜ਼ ਆ ਗਿਆ। ਓਕੇ ਜੀ, ਆਪਣਾ ਸਵਾਲ ਹੋ ਗਿਆ, ਸਿੰਪਲ ਤਰੀਕੇ ਨਾਲ ਸਵਾਲ ਹੋ ਗਿਆ। ਜਦੋਂ ਵੀ ਤੁਹਾਨੂੰ ਸਵਾਲ ਚਾਵੇ ਕਿ A ਜਾਂ B ਹੈ, ਇੰਨੇ ਦਿਨ ਕੰਮ ਪਹਿਲਾਂ ਛੱਡ ਗਿਆ, ਤਾਂ ਉਹਦੀ ਕੀ ਹੈ ਜੀ, ਉਹਨੂੰ ਗੁਣਾ ਕਰ ਦੋ ਉਹਦੀ ਐਫੀਸ਼ੀਐਂਸੀ ਨਾਲ। ਉਹ ਕੀ ਹੈ ਜੀ, ਟੋਟਲ ਵਰਕ ਵਿੱਚ ਪਲੱਸ ਕਰ ਦੋ। ਕੀ ਕਰ ਦੋ ਜੀ, ਪਲੱਸ ਕਰ ਦੋ, ਕਿਉਂਕਿ ਪਹਿਲਾਂ ਆਪਾਂ ਮਾਈਨਸ ਕਰਦੇ ਸੀ, ਕਿਉਂਕਿ ਉਹ ਕੀ ਹੈ ਜੀ, ਸਿਰਫ 3 ਦਿਨ ਜਾਂ 2 ਦਿਨ ਕੰਮ ਕਰਕੇ ਜਾਂਦੇ ਸੀ, ਕੰਮ ਕਰਕੇ ਚਲੇ ਜਾਂਦੇ ਸੀ। ਪਰ ਹੁਣ ਕੀ ਹੈ, ਜੋ ਕੰਮ ਕਰਨ ਪੂਰਾ ਹੋਣ ਤੋਂ ਪਹਿਲਾਂ ਜਾਂਦੇ ਆ, ਕੰਮ ਪੂਰਾ ਹੋਣ ਤੋਂ ਪਹਿਲਾਂ ਜਾਂਦੇ ਆ, ਤਾਂ ਕੀ ਕਰਾਂਗੇ ਆਪਾਂ ਉਹਨਾਂ ਨੂੰ ਪਲੱਸ ਕਰ ਦਾਂਗੇ। ਜਿਹੜੀ ਉਹਨਾਂ ਦੀ ਐਫੀਸ਼ੀਐਂਸੀ ਹੋਏਗੀ ਉਹਨਾਂ ਨਾਲ ਗੁਣਾ ਕਰਕੇ। 2 ਦਿਨ ਪਹਿਲਾਂ ਚਲਾ ਗਿਆ ਤਾਂ ਉਹਦੀ ਕਿੰਨੀ ਐਫੀਸ਼ੀਐਂਸੀ, 6 ਨਾਲ ਗੁਣਾ ਕਰਕੇ 12 ਆ ਗਿਆ। ਤਾਂ 12 ਨਾਲ ਕੀ ਹੈ ਜੀ, ਆਪਾਂ ਨੂੰ ਪਲੱਸ ਕਰਤਾ। ਠੀਕ ਹੈ ਜੀ, 12 ਨਾਲ ਕੀ ਕਰਤਾ ਜੀ, ਪਲੱਸ ਕਰਤਾ। ਤੇ ਫਿਰ ਕਿਹਾ B ਜਿਹੜਾ 3 ਦਿਨ ਪਹਿਲਾਂ ਚਲਾ ਗਿਆ, B ਜਿਹੜਾ ਜੀ 3 ਦਿਨ ਪਹਿਲਾਂ ਚਲਾ ਗਿਆ, ਤਾਂ 3 ਦਿਨ ਕਿੰਨਾ ਕੰਮ ਕਰ ਦਿੰਦਾ, 5 ਨਾਲ ਗੁਣਾ ਕਰਕੇ 15 ਕੰਮ ਕਰ ਦਿੰਦਾ। ਜੇ 3 ਦਿਨ ਹੋਰ ਕੰਮ ਕਰਦਾ, 3 ਦਿਨ ਹੋਰ ਕੰਮ ਕਰਦਾ, ਤਾਂ ਕਿੰਨਾ ਦਿਨ ਕੰਮ ਕਰ ਦਿੰਦਾ, 15। ਤੇ 15 ਆਪਾਂ ਹੋਰ ਜੋੜਤਾ, ਇਹ ਆਪਾਂ ਹੋਰ ਜੋੜਤਾ, ਕਿੰਨਾ ਆ ਗਿਆ ਜੀ, 87 ਆ ਗਿਆ। ਕਿੰਨਾ ਹੋ ਗਿਆ ਜੀ, 87 ਆ ਗਿਆ। ਹੁਣ ਤਿੰਨੇ ਹੀ ਇਕੱਠੇ ਕੰਮ ਕਰਨਗੇ, ਕਿਉਂਕਿ ਕੀ ਹੈ ਜੀ, ਆਪਾਂ A ਨੂੰ ਕਿਹਾ ਤੂੰ 2 ਦਿਨ ਹੋਰ ਕੰਮ ਕਰ, ਤਾਂ ਉਹ 12 ਕੰਮ ਕਰਤਾ। B ਨੂੰ ਕਿਹਾ 3 ਦਿਨ ਹੋਰ ਕੰਮ ਕਰ, ਤਾਂ ਉਹਨੇ 15 ਕੰਮ ਕਰਤਾ। ਬਟੇ ਮਤਲਬ ਟੋਟਲ ਆ ਗਿਆ ਹੁਣ ਕੰਮ ਕਿੰਨਾ ਆਪਣੇ ਕੋਲ,
87 ਟੋਟਲ ਕੰਮ ਕਿੰਨਾ ਆ ਗਿਆ ਜੀ 87 ਆ ਗਿਆ। ਤੁਸੀਂ ਕੋਲ ਬਟਾ 15 ਕਰਤਾ ਤਾਂ ਆਪਣੇ ਕੋਲ ਕੀ ਹੈ ਜੀ ਇੰਨੇ ਦਿਨਾਂ 'ਚ ਕੰਮ ਪੂਰਾ ਹੋ ਜਾਏਗਾ, ਇੰਨੇ ਦਿਨਾਂ 'ਚ ਕੰਮ ਪੂਰਾ ਹੋ ਜਾਏਗਾ। ਤਾਂ ਮੈਨੂੰ ਲੱਗਦਾ ਜੀ ਅੱਜ ਤੁਹਾਡੀ ਕਲਾਸ ਜਿਹੜੀ ਹੈ ਜੀ ਥੋੜੀ ਲੰਮੀ ਹੋ ਗਈ ਹੋਊਗੀ, ਪਰ ਹਾਂ ਇੰਨੀ ਗੱਲ ਜ਼ਰੂਰ ਹੈ ਮੈਂ ਪੂਰਾ ਦਮ ਲਾਤਾ ਜੀ ਕਲਾਸ ਸਮਝਾਉਣ ਨੂੰ। ਠੀਕ ਹੈ ਜੀ, ਪੂਰੀ ਕਲਾਸ ਸਮਝਾਉਣ ਤੇ ਕੀ ਹੈ ਜੀ ਦਮ ਲਾਤਾ। ਮੈਨੂੰ ਲੱਗਦਾ ਤੁਹਾਨੂੰ ਸਮਝ ਲੱਗ ਗਈ ਹੋਣੀ। ਇਹ ਥੋੜੇ ਜਿਹੇ ਦੇਖੋ ਜੀ ਕੰਪਲਿਕੇਟਡ ਹੁੰਦੇ ਆ ਸਵਾਲ, ਇਹ ਅਕਸਰ ਸਵਾਲ ਆ ਜਾਂਦੇ ਆ ਪੇਪਰ 'ਚ, ਤਾਂ ਮੈਂ ਕਰਾਇਆ ਗਿਆ। ਕੀ ਹੁੰਦਾ ਜੀ ਬੀ ਜਿਹੜਾ ਆ ਇਹ ਹੁੰਦਾ ਜਿਹੜਾ ਕੰਮ ਪੂਰਾ ਹੋਣ ਤੋਂ ਪਹਿਲਾਂ ਛੱਡ ਦਿੰਦੇ ਆ, ਕੰਮ ਪੂਰਾ ਹੋਣ ਤੋਂ ਪਹਿਲਾਂ ਛੱਡ ਦਿੰਦੇ ਆ। ਤਾਂ ਇਹ ਕੇਸ ਬਣਦੇ ਆ ਜੀ, ਉਹਨਾਂ ਨੂੰ ਹੋਰ ਜਿੰਨੇ ਦਿਨ ਕੰਮ ਛੱਡ ਕੇ ਗਏ ਆ ਉਹਨੂੰ ਗੁਣਾ ਕਰ ਦਿਓ ਕਰੋ ਉਹਨਾਂ ਦੀ ਐਫੀਸ਼ੀਐਂਸੀ, ਤੇ ਉਹ ਪਲੱਸ ਕਰਦਿਆ ਕਰੋ ਟੋਟਲ ਵਰਕੇਜ, ਪਲੱਸ ਕਰਦਿਆ ਕਰੋ ਟੋਟਲ ਵਰਕੇਜ 'ਚ। ਮੈਨੂੰ ਲੱਗਦਾ ਜੇ ਵੀ ਬੰਦਾ ਦੇਖੋ ਜੀ ਕੀ ਹੈ ਜੀ, ਜੇ ਤੁਸੀਂ ਇਹ ਵੀਡੀਓ ਹੁਣ ਤੱਕ ਦੇਖ ਰਹੇ ਹੋ, ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਕੀ ਹੈ ਜੀ ਲਾਈਕ ਕਰ ਲਿਓ, ਸ਼ੇਅਰ ਕਰ ਲਿਓ, ਕਮੈਂਟ ਜ਼ਰੂਰ ਕਰਿਓ ਜੀ ਹਾਂਜੀ ਅਸੀਂ ਪੂਰੀ ਐਂਡ ਤੱਕ ਕਲਾਸ ਦੇਖੀ ਹੈ, ਤਾਂ ਮੈਨੂੰ ਵੀ ਪਤਾ ਲੱਗੇ ਵੀ ਹਾਂਜੀ ਬੰਦੇ ਕੀ ਹੈ ਜੀ ਪੂਰੀ ਕਲਾਸ ਦੇਖਦੇ ਆ। ਠੀਕ ਹੈ ਜੀ, ਤਾਂ ਕੀ ਹੈ ਜੀ ਅੱਜ ਲਈ ਆਪਾਂ ਇੰਨਾ ਹੀ ਰੱਖਦੇ ਹੈਗੇ ਹਾਂ। ਤਾਂ ਦੇਖੋ ਕੀ ਹੈ ਜੀ ਹੋਰ ਵੀਡੀਓ ਆ ਗਈਆਂ ਹੋਣੀ ਤੁਹਾਡੀ ਸਕਰੀਨ ਤੇ, ਪਲੇਲਿਸਟ ਆ ਗਈ ਹੋਣੀ। ਕੀ ਹੈ ਜੀ ਤੁਸੀਂ ਇਹਦੇ ਤੇ ਜਾਓ, ਪਿਛਲੀਆਂ ਕਲਾਸਾਂ ਜਿਹੜੀਆਂ ਨਹੀਂ ਦੇਖੀਆਂ ਉਹ ਦੇਖ ਕੇ ਆਓ। ਠੀਕ ਹੈ, ਜੇਕਰ ਤੁਸੀਂ ਪਿਛਲੀਆਂ ਦੇਖੋਗੇ ਤਾਂ ਇਹ ਅੱਜ ਵਾਲੀ ਸਮਝ ਆਪਦੇ ਆਪ ਆ ਜਾਊਗੀ। ਠੀਕ ਹੈ ਜੀ, ਤਾਂ ਕੀ ਹੈ ਜੀ ਪਹਿਲਾਂ ਪੁਰਾਣੀਆਂ ਵੇਖ ਲਓ ਵੀਡੀਓ, ਫਿਰ ਇਹਦੇ ਤੇ ਆ ਜਾਓ। ਤਾਂ ਇਵੇਂ ਕਿ ਆਪਾਂ ਰੀਜ਼ਨਿੰਗ ਦੀ ਲੈ ਕੇ ਆਵਾਂਗੇ ਕਲਾਸ। ਠੀਕ ਹੈ ਜੀ, ਇਸ ਤੋਂ ਬਾਅਦ ਕੀ ਹੈ ਜੀ ਰੀਜ਼ਨਿੰਗ ਦੀ ਕਲਾਸ ਆਊਗੀ, ਉਹਦਾ ਧਿਆਨ ਰੱਖਿਓ ਉਹਦਾ। ਬਾਏ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਠੀਕ ਹੈ ਜੀ।